ਸੋ ਆਪਾਂ ਹਾਲੇ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਹੈਗੇ ਆ। ਅੰਮ੍ਰਿਤਸਰ ਸ਼ਹਿਰ ਦੀ ਇੱਕ ਸੜਕ ਹੈਗੀ ਜਿੱਥੇ ਖੜੇ ਹੈਗੇ ਆ। ਇੱਧਰ ਪਿਛਲੇ ਬੰਨੇ ਕਚਹਿਰੀ ਆ ਜੀ। ਕਚਹਿਰੀ ਦੇ ਲਾਗੇ ਚੌਂਕ ਹੈਗਾ ਜਿੱਥੇ ਆਪਾਂ ਇਸ ਵੇਲੇ ਖੜੇ ਆ। ਇਸ ਚੌਂਕ ਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਨਾਕਾ ਲੱਗਾ ਹੋਇਆ। ਪੁਲਿਸ ਇੱਥੇ ਵੀ ਖੜੀ ਆ ਕਾਫੀ ਗਿਣਤੀ ਦੇ ਵਿੱਚ। ਇੱਕ ਵਾਰ ਦਿਖਾ ਦਿਓ ਜੀ, ਪੁਲਿਸ ਇੱਥੇ ਵੀ ਕਾਫੀ ਲੱਗੀ ਹੋਈ ਆ। ਇੱਕ ਵਾਰ ਵਿਖਾ ਦਿਓ ਜੀ। ਸੋ ਇੱਦਾਂ ਹੀ ਪੁਲਿਸ ਜਿਹੜੀ ਹੈਗੀ, ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਦਿਖਾਇਆ ਹੈਗਾ ਕਿ ਅਲੱਗ-ਅਲੱਗ ਚੌਂਕਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਕਾਫੀ ਭਾਰੀ ਮਾਤਰਾ ਦੇ ਵਿੱਚ ਅੱਜ ਦਿਨ ਵੇਲੇ ਕਈ ਸੱਜਣ ਦੱਸਦੇ ਆ, ਮੈਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਿ ਅੱਜ ਉਸ ਘੱਲੂਘਾਰੇ ਦੇ ਪਹਿਲੇ ਸ਼ਹੀਦ ਜਿਹੜੇ ਕਿ 1 ਜੂਨ ਨੂੰ ਸ਼ਹੀਦ ਹੋਏ ਸੀਗੇ, ਭਾਈ ਮਹਿੰਗਾ ਸਿੰਘ ਜੀ ਬੱਬਰ, ਅੱਜ ਉਹਨਾਂ ਦਾ ਸ਼ਹੀਦੀ ਦਿਨ ਵੀ ਮਨਾਇਆ ਗਿਆ ਹੈਗਾ। ਮੈਨੂੰ ਬਹੁਤ ਸਾਰੇ ਸੱਜਣਾਂ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਦਿਨ ਮਨਾਇਆ ਗਿਆ ਤੇ ਉੱਥੇ ਦਰਬਾਰ ਸਾਹਿਬ ਦੇ ਅੰਦਰ ਬਾਹਰਲੇ ਬੰਨੇ ਜੋ ਅੰਦਰ ਮਨਾਇਆ ਗਿਆ ਤੇ ਬਾਹਰਲੇ ਬੰਨੇ ਬਹੁਤ ਭਾਰੀ ਗਿਣਤੀ ਵਿੱਚ ਪੁਲਿਸ ਲੱਗੀ ਹੋਈ ਸੀਗੀ। ਜਿਹੜੇ ਸੱਜਣ ਉੱਥੇ ਗਏ ਸੀਗੇ ਉਹਨਾਂ ਵਿੱਚੋਂ ਇੱਕ ਭਾਈ ਸਾਹਿਬ ਮੇਰੇ ਨਾਲ ਹੈਗੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ, ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ, ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਹੋਈ ਹਵਾਰਾ ਕਮੇਟੀ ਦੇ ਸੀਨੀਅਰ ਆਗੂ ਹੈਗੇ ਨੇ ਮੇਰੇ ਨਾਲ, ਪ੍ਰੋਫੈਸਰ ਬਲਜਿੰਦਰ ਸਿੰਘ ਜੀ। ਵਾਹਿ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿ ਫਤਿਹ ਜੀ। ਪ੍ਰੋਫੈਸਰ ਸਾਹਿਬ, ਕਿੱਦਾਂ ਦੇ ਹਾਲਾਤ ਸੀਗੇ ਸਵੇਰੇ ਜਦੋਂ ਤੁਸੀਂ ਸਰਦਾਰ ਮਹਿੰਗਾ ਸਿੰਘ ਬੱਬਰ ਹੋਰਾਂ ਦੀ ਸ਼ਹੀਦੀ ਦਾ ਦਿਨ ਮਨਾਉਣ ਗਏ ਸੀਗੇ? ਵੇਖੋ, ਅੱਜ ਅਸੀਂ ਸਾਰੇ ਰਸਤੇ ਦੇਖਿਆ, ਹਰ ਚੌਂਕ ਦੇ ਉੱਤੇ, ਹਰ ਮੋੜ ਦੇ ਉੱਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੁਲਿਸ ਜਿਹੜੀ ਸੀਗੀ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਸੀਗਾ। ਚੌਂਕ ਦੇ ਤੈਨਾਤ ਸੀਗੀ। ਕਈ ਥਾਵਾਂ ਤੇ ਨਾਕੇ ਲੱਗੇ ਹੋਏ ਨੇ, ਰੋਕਿਆ ਜਾ ਰਿਹਾ। ਜਿੱਥੇ ਅਸੀਂ ਖਲੋਤੇ ਹਾਂ ਉੱਥੇ ਵੀ ਸਾਹਮਣੇ ਨਾਕਾ ਲੱਗਿਆ ਹੋਇਆ ਜੀ। ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਇੱਕ ਹੈਵੀ ਪੁਲਿਸ ਬੰਦੋਬਸਤ ਸੀਗਾ। ਹੋਰ ਮੇਰੇ ਖਿਆਲ ਮੁਤਾਬਕ ਕੋਈ ਵੀ ਐਂਟਰੀ ਪੁਆਇੰਟ ਐਸਾ ਨਹੀਂ ਸੀਗਾ ਜਿੱਥੇ ਕਿ ਸੈਂਕੜਿਆਂ ਦੀ ਤਾਦਾਦ ਵਿੱਚ ਪੁਲਿਸ ਜਿਹੜੀ ਸੀਗੀ ਉਹ ਉੱਥੇ ਸੀਗੀ। ਹੋਰ ਕਾਫੀ ਵੱਡੀ ਤਾਦਾਦ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਵੀ ਪੁਲਿਸ ਅੰਦਰ ਸੀਗੀ ਜੀ। ਲੇਡੀਜ਼ ਪੁਲਿਸ ਵੀ ਸੀਗੀ, ਜੈਂਟਸ ਪੁਲਿਸ ਵੀ ਸੀਗੀ। ਅਸੀਂ ਅੱਜ ਸਵੇਰੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਸੰਗਤਾਂ ਨੇ, ਸਿੱਖ ਜਥੇਬੰਦੀਆਂ ਨੇ ਰਲ ਕੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਦਾ ਬਰਸੀ ਮਨਾਈ ਹੈ। 38ਵਾਂ ਜਿਹੜਾ ਸੀਗਾ ਸ਼ਹੀਦੀ ਸਮਾਗਮ ਮਨਾਇਆ ਔਰ ਅੰਦਰ ਸੰਗਤ ਕਾਫੀ ਸੀਗੀ, ਲੇਕਿਨ ਕਿਸੇ ਨੂੰ ਅੰਦਰ ਬਾਹਰ ਜਾਂਦੇ ਹੋਏ ਰੋਕ ਨਹੀਂ ਰਹੇ ਸੀਗੇ। ਅੱਛਾ, ਇਕੱਲੀ ਪੁਲਿਸ ਹੀ ਸੀ ਜਾਂ ਫੌਜ ਵੀ ਸੀਗੀ ਉੱਥੇ? ਨਹੀਂ, ਫੌਜ ਨਹੀਂ ਸੀਗੀ। ਅੱਛਾ, ਜਿੱਦਾਂ ਸੋਸ਼ਲ ਮੀਡੀਆ ਤੇ ਮੈਂ ਵੇਖ ਰਿਹਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਗੱਲ ਹੋ ਰਹੀ ਆ ਕਿ ਕਹਿੰਦੇ ਕਿ ਅੰਮ੍ਰਿਤਸਰ ਸ਼ਹਿਰ ਨੂੰ ਪੂਰੀ ਤਰ੍ਹਾਂ ਛਾਉਣੀ ਬਣਾਤਾ ਗਿਆ ਹੈਗਾ, ਵੱਡੀ ਗਿਣਤੀ 'ਚ ਕਹਿੰਦੇ ਫੌਜ ਲੱਗੀ ਹੋਈ ਹੈ ਐਤਕੀ। ਦੇਖੋ, ਪੁਲਿਸ ਦੀ ਹੈਵੀ ਡਿਪਲੋਇਮੈਂਟ ਹੈ। ਜੇਕਰ ਇਹ ਕਹੀਏ ਕਿ ਆਰਮੀ ਡਿਪਲੋਏ ਕੀਤੀ ਗਈ ਹੈ, ਉਹ ਇਨਫੋਰਮੇਸ਼ਨ ਗਲਤ ਹੈ। ਪਰ ਮੈਂ ਵੇਖਿਆ ਕਈ ਜਗ੍ਹਾ ਰਸਤੇ ਵਿੱਚ ਫੌਜੀ ਲੱਗੇ ਹੋਏ ਆ, ਉਹਨਾਂ ਦੀ ਵਰਦੀ ਤੋਂ ਉਹ ਜਿਹੜੀ ਵਰਦੀ ਹੈ ਨਾ, ਉਹ ਰੈਪਿਡ ਐਕਸ਼ਨ ਫੋਰਸ ਹੁੰਦੀ ਹੈ। ਉਹਨਾਂ ਦੇ ਵੀ ਕੱਪੜੇ ਕਿਸੇ ਨੀਲੇ ਹੁੰਦੇ ਨੇ ਤੇ ਫੌਜ ਦੇ ਡਿਫਰੈਂਟ ਕਲਰ ਦੇ ਹੁੰਦੇ ਨੇ। ਤੋ ਉਹ ਰੈਪਿਡ ਐਕਸ਼ਨ ਫੋਰਸ ਹੈਗੀ ਹੈ ਕਿ ਜਿਹੜੀ ਕਿ ਜਿਸ ਵੇਲੇ ਕੋਈ ਰਾਈਟਸ ਹੋ ਜਾਣ ਜਾਂ ਕੋਈ ਹੋਰ, ਉਹ ਉਸ ਵੇਲੇ ਕੰਮ ਆਉਂਦੀ ਹੈ। ਤੋ ਲੇਕਿਨ ਆਰਮੀ ਕਿਧਰੇ ਵੀ ਨਹੀਂ ਲੱਗੀ ਹੋਈ, ਫੌਜ ਕਿਧਰੇ ਨਹੀਂ ਲੱਗੀ ਹੋਈ। ਸੋ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਖੌਫ ਦਾ ਮਾਹੌਲ ਕ੍ਰੀਏਟ ਕੀਤਾ ਗਿਆ। ਮਤਲਬ ਤੁਹਾਨੂੰ ਲੱਗਦਾ ਕਿ ਪਿਛਲੇ ਵਰ੍ਹਿਆਂ ਨਾਲੋਂ ਐਤਕੀ ਥੋੜ੍ਹਾ ਜ਼ਿਆਦਾ ਥੋੜ੍ਹੀ ਜਿਹੀ ਸਖਤਾਈ ਹੈ? ਨਿਊਜ਼ ਤੋਂ ਇਹ ਚੀਜ਼ ਕੱਢੀ ਹੈ, ਉਹ ਹੈਗੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ 10 ਬਟਾਲੀਅਨ ਆਉਂਦੀਆਂ ਸੀਗੀਆਂ, ਐਤਕੀ 20 ਬਟਾਲੀਅਨਸ ਆਈਆਂ ਨੇ, ਮਤਲਬ ਡਬਲ ਹੋ ਗਿਆ, ਡਬਲ ਡਿਪਲੋਇਮੈਂਟ ਹੋ ਗਈ ਹੈ। ਕੀ ਲੱਗਦਾ ਕਿਉਂ ਐਤਕੀ ਡਬਲ ਕਿਉਂ, ਕੀ ਲੱਗਦਾ? ਦੇਖੋ, ਮੇਰਾ ਆਪਣਾ ਸੋਚਣਾ ਹੈ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਮੈਂ ਨਹੀਂ ਵੇਖਿਆ ਕਿ ਕੋਈ ਐਸਾ ਗਲੀ ਮਹੱਲਾ ਹੋਏ, ਕੋਈ ਐਸੀ ਕਲੋਨੀ ਹੋਏ, ਕਿ ਕੋਈ ਐਸਾ ਪਿੰਡ ਹੋਏ, ਕੋਈ ਐਸਾ ਕਸਬਾ ਹੋਏ ਕਿ ਜਿੱਥੇ ਕਿ ਕੋਈ ਦੋ ਸਮੁਦਾਇ, ਦੋ ਧਰਮਾਂ ਦੇ ਲੋਕਾਂ ਵਿੱਚ ਆਪਸ 'ਚ ਕੋਈ ਖਿੱਚੋਤਾਣ ਹੋਏ ਕਿ ਬਈ ਇਹ ਘੱਲੂਘਾਰਾ ਸਪਤਾਹ ਮਨਾਇਆ ਜਾ ਰਿਹਾ ਹੈ, ਪਤਾ ਨਹੀਂ ਸਿੱਖਾਂ ਨੇ ਕੀ ਕਰ ਦੇਣਾ ਇੱਥੇ, ਤੇ ਹਿੰਦੂ ਡਰਿਆ ਹੋਏ। ਕੋਈ ਐਸੀ ਗੱਲ, ਵਾਤਾਵਰਣ ਹੀ ਨਹੀਂ ਹੈਗਾ। ਸਾਰੀ ਦੁਕਾਨਾਂ ਖੁੱਲੀਆਂ, ਜਾ ਕੇ ਦੇਖੋ, ਪੂਰਾ ਬਾਜ਼ਾਰ ਵੇਖੋ, ਹਰ ਥਾਂ ਤੇ ਖੁੱਲ੍ਹੇ, ਰੈਸਟੋਰੈਂਟ ਭਰੇ ਪਏ ਨੇ, ਹੋਟਲਸ ਭਰੇ ਪਏ ਨੇ। ਲੋਕੀ ਹੁਣ ਵੀ ਦੇਖੋ ਬਾਜ਼ਾਰ ਕਿੰਨੀ ਚਹਿਲ ਕਦਮੀ ਹੈਗੀ, ਤੁਹਾਡੇ ਸਾਹਮਣੇ ਹੈ। ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਹੈ। ਲੇਕਿਨ ਮੈਨੂੰ ਇੱਦਾਂ ਲੱਗਦਾ ਹੈ ਕਿ ਜਿਹੜੀ ਸੈਂਟਰਲ ਗੌਰਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਨੇ, ਉਹਨਾਂ ਪਾਲਿਸੀਜ਼ ਦੇ ਮੁਤਾਬਕ, ਕਿਉਂਕਿ ਇਹ ਸਾਰਾ ਕੁਝ ਸੈਂਟਰ ਦੀਆਂ ਜਿਹੜੀਆਂ ਪਾਲਿਸੀਆਂ ਚੱਲਦੀਆਂ ਨੇ, ਗੁਰੂ ਘਰ ਦੇ ਬਾਰੇ ਇੱਕ ਖੌਫ ਪੈਦਾ ਕੀਤਾ ਜਾ ਰਿਹਾ। 6 ਜੂਨ ਬਾਰੇ, ਘੱਲੂਘਾਰੇ ਸਪਤਾਹ ਬਾਰੇ ਇੱਕ ਖੌਫ ਮੰਚ ਪੈਦਾ ਕੀਤਾ ਜਾ ਰਿਹਾ ਕਿ ਪਤਾ ਨਹੀਂ ਇੱਥੇ ਕਿਹੜਾ ਕਿੰਨਾ ਵੱਡਾ ਕੋਈ ਕੰਮ ਹੋ ਜਾਣਾ।
ਪਰ ਖੌਫ ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਖੌਫ ਹੈ ਨਹੀਂ ਹੈ। ਖੌਫ ਹੈ ਨਹੀਂ, ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਤੁਸੀਂ ਅਨਨੈਸੈਸਰਲੀ, ਮੈਨੂੰ ਦੱਸੋ ਕਿ ਜਦ ਤੁਸੀਂ 10 ਬਟਾਲੀਅਨ ਭੇਜਦੇ ਹੋ ਉੱਥੇ, ਉਹਦੇ ਬਾਅਦ ਤੁਸੀਂ ਐਤਕੀ ਸਾਲ 20 ਬਟਾਲੀਅਨ ਭੇਜਤੀਆਂ, ਮੈਨੂੰ ਦੱਸੋ ਕਿ ਪੰਜਾਬ ਤਾਂ ਆਲਰੇਡੀ ਕਰਜ਼ੇ ਹੇਠ ਚੱਲ ਰਿਹਾ। ਹੁਣ ਪੰਜਾਬ ਦੀ ਆਰਥਿਕਤਾ ਦੇ ਉੱਤੇ ਇੱਕ ਹੋਰ ਬੋਝ ਪਏਗਾ ਨਾ। ਪੰਜਾਬ ਪਹਿਲਾਂ ਤਾਂ ਕਰਜ਼ਾ ਲਾ ਨਹੀਂ ਪਾ ਰਿਹਾ, ਹੁਣ ਹੋਰ ਆਰਥਿਕਤਾ ਦੇ ਬੋਝ ਪਏਗਾ। ਕਿੰਨਾ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਹੈ ਉਹ ਹੋ ਰਿਹਾ ਹੈ। ਉਹ ਸਾਰਾ ਕੁਝ ਜਿਹੜਾ ਹੈ, ਮੈਂ ਸਮਝਦਾ ਕਿ ਗੁਰੂ ਕੀ ਨਗਰੀ ਦੇ ਬਾਰੇ ਸੈਂਟਰਲ ਗੌਰਮੈਂਟ ਦੀ ਜਿਹੜੀ ਪਾਲਿਸੀ ਲੱਗਦੀ ਹੈ, ਇੱਕ ਡਰ ਦਾ ਵਾਤਾਵਰਣ ਪੈਦਾ ਕੀਤਾ ਜਾਏ ਔਰ ਇਹ ਦੱਸਿਆ ਜਾਏ ਕਿ 6 ਜੂਨ ਇੱਕ ਬੜੀ ਖਤਰਨਾਕ ਡੇਟ ਹੈ। ਦਰਬਾਰ ਸਾਹਿਬ ਦੇ ਵਿੱਚ ਘੱਲੂਘਾਰਾ ਮਨਾਇਆ ਜਾਂਦਾ ਹੈ ਕਿ ਸਿੱਖਾਂ ਨੂੰ ਕਿਸ ਤਰੀਕੇ ਨਾਲ ਬਦਨਾਮ ਕੀਤਾ ਜਾਏ, ਪੰਜਾਬ ਨੂੰ ਕਿਸ ਤਰੀਕੇ ਨਾਲ ਨੈਸ਼ਨਲ ਮੀਡੀਆ ਦੇ ਸਾਹਮਣੇ, ਇੰਟਰਨੈਸ਼ਨਲ ਮੀਡੀਆ ਸਾਹਮਣੇ ਬਦਨਾਮ ਕੀਤਾ ਜਾਏ। ਸੋ ਇਹ ਕੁਝ ਸਾਜ਼ਿਸ਼ਾਂ ਐਸੀਆਂ ਨੇ ਕਿ ਪੰਜਾਬ ਨੂੰ ਬਦਨਾਮ ਕਰਨ ਦੀ, ਗੁਰੂ ਕੀ ਨਗਰੀ ਨੂੰ ਬਦਨਾਮ ਕਰਨ ਦੀ, ਸਿੱਖਾਂ ਨੂੰ ਬਦਨਾਮ ਕਰਨ ਦੀ। ਪਤਾ ਨਹੀਂ ਸਿੱਖਾਂ ਨੇ ਆ ਕੇ ਦਰਬਾਰ ਸਾਹਿਬ ਕੀ ਕਰ ਦੇਣਾ। ਅੱਛਾ, ਅੱਗੇ ਵੀ ਕੀ ਹੁੰਦਾ ਹੈਗਾ? ਕੁਝ ਵੀ ਨਹੀਂ ਹੁੰਦਾ ਅੱਗੇ ਤਾਂ। ਪਰ ਇੱਕ ਗੱਲ ਹੋਰ ਵੀ ਹੈਗੀ ਐਤਕੀ, ਮੈਨੂੰ ਲੱਗਦਾ ਕਿ ਬਾਕੀ ਜਿਹੜੇ ਪਿਛਲੇ ਵਰੇ ਹੈਗੇ ਆ ਉਹਨਾਂ ਨਾਲੋਂ ਐਤਕੀ ਜੋ ਅਲੱਗਾ ਗੱਲਾਂ ਹੋਈਆਂ ਨੇ ਜਿਹੜੀਆਂ, ਖਾਸ ਕਰਕੇ 3 ਗੱਲਾਂ। ਇੱਕ ਗੱਲ ਤੇ ਅਕਾਲੀ ਦਲ ਬਾਦਲ ਉਹ ਖੁੰਝੇ ਲੱਗ ਗਿਆ, ਠੀਕ ਹੈ ਜੀ। ਔਰ ਉਹ ਖੁੰਝੇ ਲੱਗਣ ਤੋਂ ਬਾਅਦ, ਕਿਉਂਕਿ ਤੁਸੀਂ ਉਹਨਾਂ ਨੂੰ ਐਤਕੀ ਜਿੱਦਾਂ ਕਹ ਲਓ ਵੀ ਧੱਕੇ ਹਿਲ ਦਿੱਤਾ, ਪੂਰਾ ਕੰਧ ਦੇ ਨਾਲ ਲਾਤਾ ਵੀ ਅਸੀਂ ਨਹੀਂ ਤੁਹਾਨੂੰ, ਸੱਤਾ ਤੋਂ ਲਾਂਭੇ ਹੋ ਗਏ। ਹੁਣ ਉਹਨਾਂ ਨੂੰ ਸਿੱਖ ਮੁੱਦੇ ਵੀ ਚੇਤੇ ਆ ਗਿਆ, ਬੰਦੀ ਸਿੰਘਾਂ ਦੀ ਰਿਹਾਈ ਵੀ ਚੇਤੇ ਆ ਗਈ, ਉਹਨਾਂ ਨੂੰ ਸਾਰਾ ਕੁਝ ਚੇਤੇ ਆ ਰਿਹਾ। ਹੁਣ ਦੂਆ, ਜਿਹੜੇ ਜਥੇਦਾਰ ਜਿਹਨਾਂ ਨੂੰ ਕੌਮ ਕਹਿੰਦੀ ਹੈ ਕਿ ਬਾਦਲ ਕਹਿੰਦੇ ਥਾਪੇ ਹੋਏ ਜਥੇਦਾਰ, ਉਹ ਵੀ ਹੁਣ ਬੰਦੀ ਸਿੰਘਾਂ ਦੀ ਗੱਲ ਆਪੇ ਕਰਨ। ਉਹ ਖਾਲਸਾ ਰਾਜ ਦੀ ਗੱਲ ਵੀ ਕਰ ਗਏ ਸੀਗੇ। ਹੁਣ ਉਹਨਾਂ ਨੇ ਪਿਛਲੇ ਦਿਨ ਜਿਹੜੀ ਗੱਲ ਆਖੀ ਆ ਪਈ, ਜਿਹੜੇ ਸਿੱਖ ਨੌਜਵਾਨ ਹੈਗੇ ਨੇ ਵਧੀਆ ਆਧੁਨਿਕ ਹਥਿਆਰ ਲਾਇਸੈਂਸੀ ਆਪਣੇ ਕੋਲ ਰੱਖਣ। ਲੱਗਦਾ ਨਹੀਂ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹਦਾ ਯੂ ਟਰਨ ਲੈ ਰਹੀ ਆ, ਕਿਉਂਕਿ ਵੀ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਆ। ਸ਼ਾਇਦ ਇਸ ਕਰਕੇ ਵੀ ਹੋ ਸਕਦਾ ਵੀ ਪੰਜਾਬ ਦੀ ਸਰਕਾਰ ਨੂੰ ਲੱਗਦਾ ਹੋਵੇ ਕਿ ਲੈ ਵੀ ਇਹ ਤਾਂ ਤਿੰਨੋਂ ਹੀ ਧਿਰਾਂ ਜਿਹੜੀਆਂ ਹੈਗੀਆਂ ਨੇ, ਖਾਲਸਾ ਪੰਥ ਤੋਂ ਇਲਾਵਾ ਇਹ 3 ਧਿਰਾਂ ਜਿਹੜੀਆਂ ਹੈਗੀਆਂ ਨੇ, ਇਹ ਵੀ ਮਤਲਬ ਉਧਰ ਨੂੰ ਤੁਰ ਪਈਆਂ ਨੇ। ਸ਼ਾਇਦ ਇਸ ਕਰਕੇ ਵੀ ਹੋ ਸਕਦਾ ਉਹਨਾਂ ਨੇ ਐਤਕੀ ਡਬਲ ਕੀਤਾ ਹੋਵੇ। ਦੇਖੋ, ਮੇਰਾ ਆਪਣਾ ਮੰਨਣਾ ਹੈ ਕਿ ਜਿਹੜਾ ਹੈਵੀ ਡਿਪਲੋਇਮੈਂਟ ਹੈ, ਜਾਂ ਮੈਂ ਕਹਿ ਰਿਹਾ ਜਿਹੜੀ ਡਬਲ ਡਿਪਲੋਇਮੈਂਟ ਕਰਤੀ ਗਈ ਹੈ, ਉਹਦੇ ਵਿੱਚ ਇਹ ਕਾਰਨ ਮੈਨੂੰ ਨਜ਼ਰ ਨਹੀਂ ਆਉਂਦੇ। ਕਿਉਂਕਿ ਜਿਹੜਾ ਸਿਆਸਤ ਦਾ ਵਿਸ਼ਲੇਸ਼ਣ ਕਰਨ ਵਾਲਾ ਵਿਅਕਤੀ ਹੈ ਨਾ, ਸਿਆਸਤ ਨੂੰ ਜਿਹੜਾ ਮਾਹਿਰ ਹੈ, ਜਿਹੜਾ ਬੰਦਾ ਵਿਸ਼ਲੇਸ਼ਣ ਕਰ ਸਕਦਾ ਹੈ, ਉਹਨੂੰ ਪਤਾ ਹੈ ਕਿ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਖਤਰਾ ਨਹੀਂ, ਸਾਨੂੰ ਸੁਖਬੀਰ ਬਾਦਲ ਕੋਲ ਕੋਈ ਖਤਰਾ ਨਹੀਂ। ਇਹ ਤਾਂ ਜਿਹੜੀ ਗੱਲਾਂ ਨੇ ਨਾ, ਪੰਜਾਬ ਦੇ ਵਿੱਚ ਕਿਸੇ ਪ੍ਰਕਾਰ ਦਾ ਕਿਸੇ ਕੋਲੋਂ ਕਿਸੇ ਨੂੰ ਵੀ ਕੋਈ ਖਤਰਾ ਨਹੀਂ ਹੈਗਾ। ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਜਾਂ ਕੋਈ ਜਥੇਬੰਦੀ ਜਿਹੜੀ ਹੈ, ਪੰਜਾਬ ਦੇ ਪੀਸਫੁਲ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ। ਕਿਉਂਕਿ ਹੁਣ ਦੇਖੋ ਨਾ, ਪਿਛਲੇ ਦਿਨਾਂ ਦੇ ਵਿੱਚ ਮੂਸੇਵਾਲ ਦਾ ਕਤਲ ਹੋਇਆ, ਹੁਣ ਇਹ ਕਤਲ ਦੇ ਨਾਲ ਆਫਟਰ ਆਲ ਤਾਂ ਪੰਜਾਬ ਦਾ ਖੂਨ ਵਹਿ ਰਿਹਾ, ਪੰਜਾਬ ਦੀ ਜਵਾਨੀ ਦਾ ਖੂਨ ਵਹਿ ਰਿਹਾ। ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੀ ਮਾਨਸਿਕਤਾ ਤੇ ਨਹੀਂ ਉਤਰਦੀਆਂ। ਇਹ ਲੋਕੀ ਸਾਰੇ, ਤੁਸੀਂ ਜਾ ਕੇ ਸਰਵੇ ਕਰਕੇ ਵੇਖੋ, ਮੈਜੋਰਿਟੀ ਆਫ ਦਾ ਪੀਪਲ ਇਸ ਚੀਜ਼ ਨੂੰ ਕੰਡੈਮ ਕਰ ਰਹੇ ਨੇ ਕਿ ਇਹ ਗਲਤ ਹੋਇਆ। ਸੋ ਇਹ ਐਦਾਂ ਵੀ ਲਿਆ ਜਾ ਰਿਹਾ ਕਿ ਇੱਕ ਇਨੋਸੈਂਟ ਵਿਅਕਤੀ ਦਾ ਕਤਲ ਹੋ ਗਿਆ। ਕੁਝ ਲੋਕੀ ਵੀ ਤਾਂ ਇਹ ਮੈਜੋਰਿਟੀ ਬੰਦੇ ਇਹ ਕਹਿ ਰਹੇ ਨੇ ਕਿ ਇੱਕ ਇਨੋਸੈਂਟ ਵਿਅਕਤੀ ਦਾ ਕਤਲ ਹੋ ਗਿਆ। ਸੋ ਕੁੱਲ ਮਿਲਾ ਕਰਕੇ ਜਿਹੜਾ ਹੈ ਕਿ ਪੰਜਾਬ ਜਿਹੜਾ ਹੈ, ਉਹ ਮੈਂ ਸਮਝਦਾ ਹਾਂ ਕਿ ਉਹਦੇ ਵਿੱਚ ਇਹੋ ਜਿਹੇ ਮਾਹੌਲ ਕ੍ਰੀਏਟ ਕੀਤੇ ਜਾ ਰਹੇ ਨੇ। ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਜੇਕਰ ਨਿਰਪੱਖ ਜੀ ਜਾਂਚ ਹੁੰਦੀ ਹੈ ਤਾਂ ਉਹ ਦੇਖਿਆ ਜਾਏਗਾ ਕਿ ਭਈ ਉਹ ਜੋ ਰਾਈਫਲ, ਜੋ ਗਨ ਯੂਜ਼ ਕੀਤੀ ਗਈ ਹੈ, ਉਹ ਬਾਰਡਰ ਕ੍ਰਾਸ ਕਰਕੇ ਕਿਵੇਂ ਆ ਗਈ, ਠੀਕ ਹੈ। ਉਹ ਸਾਰਾ ਕੁਝ ਤਾਂ ਸੈਂਟਰਲ ਗੌਰਮੈਂਟ ਦੇ ਅਖਤਿਆਰ ਹੈ, ਬਾਰਡਰ ਸੀਲ ਕੀਤੇ ਹੋਏ ਨੇ, ਉੱਥੇ ਕੋਈ ਸਟੇਟ ਗੌਰਮੈਂਟ ਦਾ ਤਾਂ ਕੰਮ ਹੀ ਨਹੀਂ ਹੁੰਦਾ। ਸੋ ਹੁਣ ਇੱਕ ਇਹੋ ਜਿਹੀ ਗਨ ਜੋ ਕਿ ਇੱਥੇ ਪੰਜਾਬ ਪੁਲਿਸ ਕੋਲ ਨਹੀਂ ਹੈਗੀ, ਸਟੇਟ ਦੀ ਕਿਸੇ ਪੁਲਿਸ ਕੋਲ ਨਹੀਂ ਹੈਗੀ, ਦਿੱਲੀ ਦੇ ਵਿੱਚ ਪੁਲਿਸ ਕੋਲ ਨਹੀਂ ਹੈਗੀ, ਉਹ ਜਿਹੜੀਆਂ ਗੰਨਾਂ ਨੇ, ਸੋਫਿਸਟੀਕੇਟਡ ਵੈਪਨਸ ਜਿਹੜੇ ਨੇ, ਜਿਹਦੇ ਨਾਲ ਮੂਸੇਵਾਲ ਨੂੰ ਮਾਰਿਆ ਗਿਆ, ਸਵਾਲ ਪੈਦਾ ਉੱਠਦਾ ਹੈ ਕਿ ਉਹ ਚੀਜ਼ਾਂ ਕਿੱਥੋਂ ਆਈਆਂ। ਸੋ ਮੈਂ ਸਮਝਦਾ ਹਾਂ ਕਿ ਇਹ ਕ੍ਰੀਏਟ ਕੀਤੀਆਂ ਗੱਲਾਂ ਨੇ ਔਰ ਇਸ ਕ੍ਰੀਏਸ਼ਨ ਦੇ ਵਿੱਚੋਂ ਹੀ ਉਹਨਾਂ ਨੇ ਕਿਹਾ ਬਈ ਮੂਸੇਵਾਲ ਦਾ ਕਤਲ ਹੋਇਆ ਹੈ। ਹੁਣ ਪਤਾ ਨਹੀਂ ਗੁਰੂ ਕੀ ਨਗਰੀ ਵਿੱਚ ਕੀ ਹੋਣ ਲੱਗਾ ਹੈ। ਗੁਰੂ ਕੀ ਨਗਰੀ ਇਜ਼ ਵੈਰੀ ਵੈਰੀ ਪੀਸਫੁਲ, ਬਹੁਤ ਸ਼ਾਂਤਮਈ ਹੈ। ਮੈਂ ਇੱਕ ਪ੍ਰੋਫੈਸਰ ਹਾਂ, ਮੈਂ ਹਜ਼ਾਰਾਂ ਹਿੰਦੂ ਬੱਚੇ ਪੜ੍ਹਾਏ ਨੇ। ਮੈਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਕਿਸੇ ਥਾਂ ਦੇ ਉੱਤੇ ਕਿਤੇ ਸਿੱਖ ਦਾ ਤੇ ਹਿੰਦੂ ਦਾ ਕੋਈ ਕਲੈਸ਼ ਹੋਏ, ਕੋਈ ਮਨਮੁਟਾਵ ਹੋਏ। ਜਾ ਕੇ ਵੇਖੋ ਸਹੀ ਕਿਸ ਤਰੀਕੇ ਨਾਲ ਰੌਣਕਾਂ ਬਾਜ਼ਾਰ 'ਚ ਲੱਗੀਆਂ ਹੋਈਆਂ ਨੇ। ਸੋ ਇਹ ਸਾਰਾ ਕੁਝ ਜਿਹੜਾ ਹੈ ਨਾ, ਇਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਇਹਨਾਂ ਦੇ ਕੋਈ ਪੋਲੀਟੀਕਲ ਵੈਸਟਡ ਇੰਟਰਸਟ ਨੇ, ਜਿਹਦੇ ਕਰਕੇ ਸਭ ਕੁਝ ਕੀਤਾ ਜਾ ਰਿਹਾ। ਔਰ ਸਾਨੂੰ
ਆਮ ਸਿਟੀਜ਼ਨ ਨੂੰ ਇਸ ਚੀਜ਼ ਤੋਂ ਅਲਰਟ ਹੋਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ। ਗੌਰਮੈਂਟ ਦੇ ਟਰੈਪ ਵਿੱਚ ਅਸੀਂ ਨਾ ਫਸੀਏ, ਇਹ ਸਮੇਂ ਦੀ ਲੋੜ ਹੈ। ਅੱਛਾ, ਇੱਕ ਗੱਲ ਪ੍ਰੋਫੈਸਰ ਸਾਹਿਬ ਹੋਰ ਮੰਨੀ ਜਾ ਸਕਦੀ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਔਰ ਪੰਜਾਬ ਦੇ ਵਿੱਚ ਜਿਵੇਂ ਦੇ ਹਾਲਾਤ ਹੈਗੇ ਨੇ, ਜਿੱਦਾਂ ਤੁਸੀਂ ਇਹ ਗੱਲ ਕਰਦੇ ਹੋ ਵੀ ਖਾਲਸਾ ਰਾਜ ਦੀ ਗੱਲ ਕਰਦੇ ਹੋ, ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਅਗਵਾਈ ਦੇ ਵਿੱਚ ਤੁਹਾਡੀ ਜਥੇਬੰਦੀ ਵਰਕ ਕਰ ਰਹੀ ਹੈਗੀ ਆ, ਔਰ ਸੰਤ ਭਿੰਡਰਾਂਵਾਲੇ ਨੇ ਆਖਿਆ ਸੀਗਾ ਕਿ ਜੇ ਜਿੱਦੇ ਹੁਣ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ। ਸੋ ਤੁਹਾਨੂੰ ਲੱਗਦਾ ਵੀ ਸਰਕਾਰ, ਕੇਂਦਰ ਦੀ ਸਰਕਾਰ ਇਹ ਗੱਲ ਸਮਝਦੀ ਹੈ ਕਿ ਜਿੱਦਾਂ ਕਈ ਸਿੱਖ ਪਰਿਵਾਰ ਵੀ ਸਮਝਦੇ ਆ ਕਿ ਮੂਵਮੈਂਟ ਖਤਮ ਹੋ ਚੁੱਕੀ ਹੈ ਜੀ, ਹੈ ਨਹੀਂ ਕੁਝ ਵੀ ਹੁਣ, ਪਰ ਮੈਨੂੰ ਕਈ ਵਾਰ ਇਹ ਲੱਗਦਾ ਹੈਗਾ ਕਿ ਸਰਕਾਰ ਨੂੰ ਪਤਾ ਹੈ ਇਸ ਗੱਲ ਦਾ ਕਿ ਜਿਹੜੀ ਤੁਹਾਡੀ ਨਵੀਂ ਪੀੜ੍ਹੀ ਹੈਗੀ ਆ ਉਹਨਾਂ ਦੇ ਜ਼ਿਹਨ ਦੇ ਵਿੱਚ ਉਹ ਕਣ ਹੈਗਾ ਆ, ਮੌਜੂਦ ਆ, ਖਤਮ ਨਹੀਂ ਹੋਇਆ ਹੈਗਾ। ਦੇਖੋ ਇੱਕ ਗੱਲ ਸ਼ਾਇਦ ਉਹ ਤੋਂ ਸਰਕਾਰ ਨੂੰ, ਹੁਕੂਮਤ ਨੂੰ ਡਰ ਆਉਂਦਾ ਹੋਵੇ। ਮੈਂ ਤਾਂ ਇੱਕ ਸਿੰਪਲ ਜੀ ਗੱਲ ਕਰਦਾ ਜੀ। ਇੱਕ ਕੀੜੀ ਨੂੰ ਪੁੱਛ ਕੇ ਦੇਖੋ ਉਹਦੀ ਮਾਨਸਿਕਤਾ ਕੀ ਹੈ। ਜੀ। ਕੀੜੀ ਕਹਿੰਦੀ ਹੈ ਮੈਂ ਆਪਣੇ ਆਪ ਨੂੰ ਸੁਰੱਖਿਅਤ ਤਾਂ ਮਹਿਸੂਸ ਕਰਦੀ ਜੇ ਮੇਰਾ ਖੁੱਡ ਹੈਗਾ। ਉਹ ਆਪਣੇ ਆਪ ਨੂੰ ਤਾਂ ਸੁਰੱਖਿਅਤ ਮਹਿਸੂਸ ਕਰਦੀ ਹੈ ਜੇ ਉਹਦਾ ਕੋਈ ਜ਼ਮੀਨ ਦੇ ਵਿੱਚ, ਦੀਵਾਰ ਦੇ ਵਿੱਚ ਕੋਈ ਖੁੱਡ ਹੈ ਜਿੱਥੇ ਜਾ ਕੇ ਉਹ ਸੁਰੱਖਿਅਤ ਰਹਿੰਦੀ ਹੈ। ਇੱਕ ਪੰਛੀ ਕਹਿੰਦਾ ਹੈ ਕਿ ਮੈਂ ਸੁਰੱਖਿਅਤ ਤਾਂ ਜੇ ਮੈਂ ਆਜ਼ਾਦ ਹਾਂ, ਮੈਂ ਪਿੰਜਰੇ ਵਿੱਚ ਰਹਿ ਕਰਕੇ ਮਾਲਕ ਦੀ ਬੋਲੀ ਨਹੀਂ ਬੋਲਣੀ। ਮੇਰੀ ਗੱਲ ਸਮਝ ਆ ਰਹੀ ਹੈ ਨਾ? ਦੁਨੀਆ ਦੀ ਮੈਨੂੰ ਕੋਈ ਐਸੀ ਕੌਮ ਦੱਸ ਦਿਓ, ਸਿਰਫ ਭਾਰਤ ਦੀ ਗੱਲ ਨਹੀਂ ਕਰ ਰਿਹਾ ਮੈਂ ਦੁਨੀਆ ਭਰ ਦੀ ਗੱਲ ਕਰ ਰਿਹਾ। ਕੋਈ ਐਸੀ ਕੌਮ ਮੈਨੂੰ ਇੱਕ ਗਿਣਾ ਦਿਓ ਜਿਹੜੀ ਕਹਿੰਦੀ ਹੋਏ ਕਿ ਸਾਡਾ ਰਾਜ ਭਾਗ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਹੈ ਹੀ ਗੁਰੂ ਨਾਨਕ ਦੇ ਪੁੱਤਰ। ਜਿਸ ਗੁਰੂ ਨਾਨਕ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਸਾਹਿਬ ਨੇ ਤਾਂ ਸਾਨੂੰ ਸੋਵਰਨਿਟੀ ਦਾ ਪਾਠ ਪੜ੍ਹਾਇਆ। ਉਹ ਸੋਵਰਨਿਟੀ ਜਿਹੜੀ ਹੈ ਸਾਡੀ ਮਾਨਸਿਕਤਾ ਦਾ, ਸਾਡੇ ਖੂਨ ਦਾ ਇੱਕ ਹਿੱਸਾ ਹੈ। ਤੋ ਗੁਰੂ ਸਾਹਿਬ ਜਿਹੜੇ ਨੇ ਉਹ ਸਾਨੂੰ ਪਾਤਸ਼ਾਹੀ ਦਾਵਾ ਦੇ ਕੇ ਗਏ ਨੇ। ਤੋ ਇਸ ਕਰਕੇ ਕਿਸੇ ਦੇ ਬਾਰੇ ਮੈਨੂੰ ਲੱਗਦਾ ਹੈ ਕਿ ਕਿਸੇ ਪ੍ਰਕਾਰ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਰਕਾਰਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਇਹ ਉਹ ਕੌਮ ਹੈ ਜਿਹੜੇ ਕਿ ਰਾਜ ਕਰ ਚੁੱਕੀ ਹੈ ਆਪਣੇ ਬਲਬੂਤੇ ਤੇ। ਸੋ ਇਸ ਕਰਕੇ ਰਾਜ ਦਾ ਸੰਕਲਪ ਹੋਣਾ, ਰਾਜ ਮੰਗਣਾ ਇਹ ਕੋਈ ਮਾੜੀ ਗੱਲ ਨਹੀਂ। ਔਰ ਸਿੱਖ ਜਿਹੜਾ ਹੈ ਉਹ ਰਾਜ ਕਰਨ ਵਾਸਤੇ ਹੀ ਪੈਦਾ ਹੋਇਆ ਹੈ, ਕਿਉਂਕਿ ਸਿੱਖ ਦੀ ਫਿਲਾਸਫੀ ਦੇ ਵਿੱਚ ਹੈ ਕਿ ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨਬੋ। ਔਰ ਇਕੱਲੀ ਦੁਨੀਆ ਦੀ ਇੱਕ ਐਸੀ ਕੌਮ ਹੈ ਜੋ ਕਿ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈ ਕਰਕੇ ਸਾਰੀ ਮਨੁੱਖਤਾ ਦੀ ਸੇਵਾ ਕਰ ਸਕਦੀ ਹੈ। ਸੋ ਇਸ ਕਰਕੇ ਇਹ ਚੀਜ਼ ਸੋ ਭੈਭੀਤ ਹੋਣ ਦੀ ਲੋੜ ਨਹੀਂ, ਇਸ ਤੋਂ ਡਰਨ ਦੀ ਕੋਈ ਲੋੜ ਨਹੀਂ। ਸਾਡੇ ਕੋਲ ਜਿਸ ਵੇਲੇ ਰਾਜ ਭਾਗ ਸੀਗਾ, ਅਸੀਂ ਕੀਤਾ, ਜਿਸ ਵੇਲੇ ਵੀ ਅਸੀਂ ਕੀਤਾ, ਉਹ ਰਾਜ ਭਾਗ ਦੀ ਦੁਨੀਆ ਅੱਜ ਮਿਸਾਲ ਦਿੰਦੀ ਹੈ। ਸੋ ਸਮਾਂ ਥੋੜਾ ਹੈ, ਕਿਉਂਕਿ ਨਹੀਂ ਤਾਂ ਅਸੀਂ ਗੱਲ ਸੜਕ ਦੇ ਕਿਨਾਰੇ ਬੈਠੇ ਖਲੋਤੇ ਹਾਂ, ਤੇ ਉਸ ਰਾਜ ਭਾਗ ਦੀ ਮਿਸਾਲ ਦਿੰਦੀ ਹੈ। ਲੇਕਿਨ ਐਸਾ ਰਾਜ ਭਾਗ ਮੈਨੂੰ ਲੱਗਦਾ ਕਿ ਭਾਰਤ ਦੇ ਵਿੱਚ ਕਦੀ ਕਿਸੇ ਰਾਜੇ ਦਾ ਨਹੀਂ ਆਇਆ, ਕਿਸੇ ਸਿਆਸਤਦਾਨ ਦਾ ਨਹੀਂ ਆਇਆ। ਅੱਜ ਕੀ ਹੈਗਾ ਕਿ ਰਿਲੀਜੀਅਸ ਇਨਟੋਲਰੈਂਸ ਕ੍ਰੀਏਟ ਹੋ ਗਈ ਹੈ। ਰਿਲੀਜੀਅਸ ਇਨਟੋਲਰੈਂਸ ਦਾ ਮਤਲਬ ਹੈ ਕਿ ਅਸੀਂ ਇੱਕ ਧਰਮ ਵਾਲਾ ਵਿਅਕਤੀ ਦੂਸਰੇ ਧਰਮ ਦੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਰਿਹਾ। ਇੱਕ ਧਰਮ ਦਾ ਵਿਅਕਤੀ ਕਹਿੰਦਾ ਕਿ ਮੇਰੇ ਧਾਰਮਿਕ ਜਿਹੜੇ ਸਥਾਨ ਨੇ ਉਹ ਪ੍ਰਫੁੱਲਿਤ ਹੋਣ, ਦੂਜੇ ਸਾਰੇ ਮਾਈਨੋਰਿਟੀਜ਼ ਦੇ ਧਾਰਮਿਕ ਸਥਾਨ ਖਤਮ ਕਰਤੇ ਜਾਣ, ਨਿਸ਼ਤੋ ਨਬੂਤ ਕਰਤੇ ਜਾਣ। ਮੇਰਾ ਆਪਣਾ ਸੋਚਣਾ ਹੈ ਇਹ ਗੁਰੂ ਨਾਨਕ ਦੀ ਫਿਲਾਸਫੀ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਜਿਸ ਵੇਲੇ ਆਏਗੀ, ਜੇ ਸਾਡਾ ਰਾਜ ਭਾਗ ਆਏਗਾ, ਤੇ ਦੇਖਿਓ ਨਾ ਕੋਈ ਮੰਦਿਰ ਟੱਟੇਗਾ, ਨਾ ਕੋਈ ਮਸਜਿਦ ਟੱਟੇਗੀ, ਨਾ ਕੋਈ ਗਿਰਜਾ ਘਰ ਟੱਟੇਗਾ। ਕਹਿਣ ਤੋਂ ਭਾਵ ਹੈ ਕਿ ਫਿਰ ਇਹ ਜਿਸ ਵਿੱਚ ਕੀ ਨਾ ਹੁਣ ਖੌਫ ਪੈਦਾ ਕੀਤਾ ਗਿਆ ਨਾ, ਖਾਲਸਾ ਕਦੀ ਖੌਫ ਪੈਦਾ ਨਹੀਂ ਕਰਦਾ। ਕਿਉਂ? ਖਾਲਸੇ ਦਾ ਸਿਧਾਂਤ ਕੀ ਹੈ? ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਚਾਹੇ ਸਾਡੇ ਕੋਲ ਰਾਜਨੀਤਿਕ ਤਾਕਤ ਹੋਏ, ਚਾਹੇ ਸਾਡੇ ਕੋਲ ਪੁਲਿਸ ਦੀ ਤਾਕਤ ਹੋਏ, ਚਾਹੇ ਸਾਡੇ ਕੋਲ ਫੌਜ ਦੀ ਤਾਕਤ ਹੋਏ, ਅਸੀਂ ਫੌਜੀ ਵੀ ਹੋਵਾਂਗੇ ਤਾਂ ਵੀ ਸਭ ਦਾ ਭਲਾ ਮੰਗਾਂਗੇ। ਜੇਕਰ ਅਸੀਂ ਪੁਲਿਸ ਵਿੱਚ ਹੈਗੇ ਹਾਂ ਤਾਂ ਵੀ ਸਭ ਦਾ ਭਲਾ ਮੰਗਾਂਗੇ। ਜੇਕਰ ਸਾਡੇ ਕੋਲ ਰਾਜਨੀਤਿਕ ਤਾਕਤ ਹੋਏਗੀ ਫਿਰ ਵੀ ਅਸੀਂ ਸਭ ਦਾ ਭਲਾ ਮੰਗਾਂਗੇ। ਸੋ ਇਸ ਕਰਕੇ ਅਸੀਂ ਖੌਫ ਨਾ ਕਿਸੇ ਨੂੰ ਦਿੰਦੇ ਹਾਂ ਤੇ ਨਾ ਕਿਸੇ ਕੋਲ ਲੈਂਦੇ ਹਾਂ। ਲੇਕਿਨ ਅੱਜ ਜੋ ਅਸੀਂ ਦੇਖ ਰਹੇ ਹਾਂ ਘੱਲੂਘਾਰੇ ਕਰਕੇ, ਇਹ ਇਸ ਕਰਕੇ ਹੈ ਕਿ ਭਈ ਜਿਸ ਕਿਸੇ ਨੇ ਵੀ ਇੱਥੇ ਆ ਕਰਕੇ ਸ਼ਹੀਦਾਂ ਨੂੰ ਨਤਮਸਤਕ ਹੋਣਾ ਹੈ, ਉਹ ਸਾਰੇ ਡਰ ਜਾਣ ਕਿ ਭਈ ਇਹੋ ਜਿਹਾ ਵਾਤਾਵਰਣ ਬਣ ਗਿਆ। ਆਇਓ ਨਾ ਅੰਮ੍ਰਿਤਸਰ ਦੇ ਵਿੱਚ। ਸੋ ਸਾਨੂੰ ਸਾਡੇ ਇਤਿਹਾਸ ਤੋਂ, ਸਾਡੇ ਘੱਲੂਘਾਰੇ ਦੇ ਇਤਿਹਾਸ ਤੋਂ, ਸਾਨੂੰ 6 ਜੂਨ ਤੋਂ ਸਾਨੂੰ ਤੋੜਨ ਵਾਸਤੇ
ਇਹ ਸਾਰੀਆਂ ਜਿਹੜੀਆਂ ਨੇ ਸਾਜ਼ਿਸ਼ਾਂ ਬਣਾਈਆਂ ਜਾ ਰਹੀਆਂ ਨੇ। ਲੇਕਿਨ ਇੱਕ ਗੱਲ ਚੇਤੇ ਰੱਖਿਓ, ਮੈਂ ਤੁਹਾਡੇ ਚੈਨਲ ਦੇ ਰਾਹੀਂ ਗੱਲ ਕਰ ਰਿਹਾ ਹਾਂ ਕਿ ਜੂਨ 1984 ਦਾ ਘੱਲੂਘਾਰਾ ਜਿਹੜਾ ਹੈ ਉਹਦੇ ਜ਼ਖਮ ਇੰਨੇ ਡੂੰਘੇ ਨੇ, ਇਹ ਰਹਿੰਦੀ ਦੁਨੀਆ ਤੱਕ ਭਰੇ ਨਹੀਂ ਜਾਣਗੇ। ਵਾਕਈ ਇਹ ਰਹਿੰਦੀ ਦੁਨੀਆ ਤੱਕ ਨਹੀਂ ਭਰ ਜਾਣੇ। ਪ੍ਰੋਫੈਸਰ ਸਾਹਿਬ ਇੱਕ ਦੋ ਸਵਾਲ ਹੋਰ ਛੋਟੇ ਛੋਟੇ ਹੈਗੇ ਆ। ਕੀ ਤੁਹਾਨੂੰ ਲੱਗਦਾ ਕਿ ਇੱਕ ਤਾਂ ਤੁਸੀਂ ਕਹਿਤਾ ਵੀ ਹਕੂਮਤ ਡਰਾਉਣ ਦਾ ਤੁਹਾਨੂੰ ਯਤਨ ਕਰਦੀ ਹੈਗੀ ਆ, ਹਕੂਮਤ ਡਰਾਉਣ ਦਾ ਯਤਨ ਕਰਦੀ ਹੈ ਜਾਂ ਹਕੂਮਤ ਤੁਹਾਡੇ ਤੋਂ ਵੀ ਤਰਹਿੰਦੀ ਹੈ? ਦੇਖੋ, ਹਕੂਮਤ ਸਾਨੂੰ ਡਰਾਉਣ ਦਾ ਕੋਸ਼ਿਸ਼ ਕਰਦੀ ਰਹੀ ਹੈ, ਪਰ ਤੁਹਾਡੇ ਇਰਾਦਿਆਂ ਤੋਂ ਵੀ ਤਰਹਿੰਦੀ ਹੋਊਗੀ ਸ਼ਾਇਦ, ਤੁਸੀਂ ਸੋਚਦੇ ਹੋ? ਗੱਲ ਇਹ ਹੈ ਕਿ ਸਾਡੇ ਇਰਾਦੇ ਨਹੀਂ ਹੈਗੇ ਜੀ। ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ। ਇੱਥੇ ਪ੍ਰੋਫੈਸਰ ਬਲਜਿੰਦਰ ਸਿੰਘ ਜਾਂ ਮੇਰੇ ਇੰਟਰਵਿਊ ਲੈ ਰਹੇ ਭੁਪਿੰਦਰ ਸਿੰਘ ਦੇ ਇਰਾਦੇ ਨਹੀਂ ਚੱਲਦੇ, ਇੱਥੇ ਗੁਰੂ ਦੇ ਇਰਾਦੇ ਚੱਲਦੇ ਨੇ। ਜਿਸ ਗੁਰੂ ਨੇ ਜਦ ਸਾਡੇ ਤੇ ਕਿਰਪਾ ਕਰਤੀ, ਸਿਰ ਤੇ ਮਿਹਰ ਭਰਿਆ ਹੱਥ ਰੱਖਤਾ, ਤੇ ਗੁਰੂ ਦੇ ਇਰਾਦੇ ਚੱਲਣੇ ਨੇ। ਗੁਰੂ ਦੇ ਇਰਾਦੇ ਤੋਂ ਡਰਦੇ ਨੇ। ਇਹ ਭੁਪਿੰਦਰ ਸਿੰਘ, ਸੁਖਜਿੰਦਰ ਸਿੰਘ ਤੇ ਮਨਜੀਤ ਸਿੰਘ ਤੇ ਸੁਰਜੀਤ ਸਿੰਘ ਕੋਲ ਨਹੀਂ ਡਰਦੇ। ਇਹ ਕਹਿੰਦੇ ਨੇ ਇਹਨਾਂ ਦੇ ਵਿੱਚ ਗੁਰੂ ਵਸ ਗਿਆ, ਇਹ ਗੁਰੂ ਵਸ ਗਿਆ, ਇਹਨਾਂ ਨੇ ਸੱਚ ਬੋਲਣਾ ਹੈ, ਇਹਨਾਂ ਨੇ ਹੱਕ ਦੀ ਗੱਲ ਕਰਨੀ ਹੈ। ਸੋ ਕਰੈਕਟ ਕਰੀਏ ਇਹਨੂੰ ਕਿ ਗੁਰੂ ਦੇ ਇਰਾਦੇ ਤੋਂ ਡਰਦੇ ਨੇ, ਗੁਰੂ ਦੇ ਸਿਧਾਂਤ ਤੋਂ ਡਰਦੇ ਨੇ ਕਿ ਯਾਰ ਇਸ ਗੁਰੂ ਦਾ ਸਿੱਖ ਜਿਹੜਾ ਨਾ ਹੁਣ ਗੁਰੂ ਦੇ ਸਿਧਾਂਤ ਤੇ ਤੁਰ ਪਿਆ, ਇਹ ਕਿਹੜਾ ਕੰਮ ਖਰਾਬ ਹੈ। ਇਸ ਕਰਕੇ ਸਾਨੂੰ ਬਾਣੀ ਤੇ ਬਾਣੇ ਤੋਂ ਤੋੜਨ ਦੀ ਬੜੀ ਸਿਸਟਮੈਟਿਕਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੀ ਮਾਨਸਿਕਤਾ ਦੇ ਵਿੱਚੋਂ ਬਾਣੀ ਤੇ ਬਾਣਾ ਨਿਕਲ ਜਾਏ, ਮਨਫੀ ਹੋ ਜਾਏ। ਜਦ ਮਨਫੀ ਹੋ ਜਾਏਗਾ ਫਿਰ ਡਰਨਗੇ, ਡਰਨਗੇ। ਤਾਂ ਇਸ ਕਰਕੇ ਇਹ ਸਭ ਕੁਝ ਕੀਤਾ ਜਾ। ਅਸੀਂ ਹਕੂਮਤ ਨੂੰ ਡਰਾਉਂਦੇ ਨਹੀਂ ਹਾਂ, ਹਕੂਮਤ ਆਪਣੇ ਪਾਪਾਂ ਕਰਕੇ ਡਰਦੀ ਹੈ। ਦੇਖਿਓ, ਹਕੂਮਤ ਨੂੰ ਖਾਲਸਾ ਨਹੀਂ ਡਰਾਉਂਦਾ, ਹਕੂਮਤ ਆਪਣੇ ਪਾਪਾਂ ਨਾਲ ਡਰਦੀ ਹੈ। ਇੰਦਰਾ ਗਾਂਧੀ ਨੇ ਪਾਪ ਕੀਤੇ, ਉਹ ਆਪਣੇ ਪਾਪਾਂ ਕਰਕੇ ਮਰ ਗਈ, ਉਹ ਆਪਣੇ ਪਾਪਾਂ ਕਰਕੇ ਮਰ। ਕੁਦਰਤ ਜਿਹੜੀ ਹੈ ਨਾ, ਉਹਨੂੰ ਬੈਲੈਂਸ ਕਰਨਾ ਆਂਦਾ ਹੈ। ਮੈਨੂੰ ਬੈਲੈਂਸ ਕਰਨਾ ਨਹੀਂ ਆਂਦਾ, ਤੁਹਾਨੂੰ ਬੈਲੈਂਸ ਕਰਨਾ ਨਹੀਂ ਆਂਦਾ ਹੋਏਗਾ। ਲੇਕਿਨ ਕੁਦਰਤ ਦੇ ਕੋਲ ਜਿਹੜਾ ਕੰਡਾ ਹੈ ਨਾ, ਕੌਣ ਤਰਾਜੀ ਕੌਣ ਤੁਲਾ ਤੇਰੇ ਕੌਣ ਸੁਲਾਫ ਰਵਾਂ, ਕੌਣ ਗੁਰੂ ਪੇ ਦਿਖਿਆ ਲੈ ਮੈਂ ਕਹਿ ਪੈ ਮੁਲਕ। ਕੁਦਰਤ ਕੋਲ ਜਿਹੜਾ ਕੰਡਾ ਹੈ ਨਾ, ਉਹ ਐਸਾ ਕੰਡਾ ਹੈ, ਐਸੇ ਤਰਾਜੂ ਹੈ ਕਿ ਜਿਹਦੇ ਨਾਲ ਉਹ ਇਨਸਾਫ ਕਰਦਾ ਹੈ ਤੇ ਜਿਹੜਾ ਪਾਪੀ ਹੈ ਨਾ ਉਹਨੂੰ ਦੰਡ ਦਿੰਦਾ ਹੈ। ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਰੇ। ਸੋ ਕੁਦਰਤ, ਸੋ ਇਸ ਜਿਹੜੀ ਹਕੂਮਤ ਹੈ ਆਪਣੇ ਪਾਪਾਂ ਤੋਂ ਡਰਦੀ ਹੈ। ਚੇਤੇ ਰੱਖਿਓ, ਅਸੀਂ ਨਹੀਂ ਡਰਾਉਂਦੇ ਉਹਨੂੰ। ਅਸੀਂ ਨਹੀਂ ਡਰਾਉਂਦੇ। ਪ੍ਰੋਫੈਸਰ ਸਾਹਿਬ ਇੱਕ ਅਖੀਰਲਾ ਸਵਾਲ, ਹੁਣ ਉਧਰਲੇ ਬੰਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ, ਜਿਵੇਂ ਪਿੱਛੇ ਤੁਸੀਂ ਦੇਖੋ ਜਿਸ ਕਿਸਮ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ, ਪੰਥ ਦੇ ਵਿੱਚ ਇੱਕ ਉਹਨਾਂ ਦਾ ਆਧਾਰ ਜਿਹਾ ਬਣ ਰਿਹਾ ਹੈਗਾ, ਕੌਮ ਉਹਨਾਂ ਦੀ ਰਿਸਪੈਕਟ ਕਰ ਰਹੀ ਆ ਵੀ ਹਾਂ ਉਹਨਾਂ ਨੇ ਇਹ ਗੱਲ ਕਹਿਤੀ ਆ ਵੀ ਸਿੱਖ ਨੌਜਵਾਨ ਜਿਹੜੇ ਹੈਗੇ ਨੇ ਵਧੀਆ ਹਥਿਆਰ ਆਪਣੇ ਕੋਲ ਰੱਖਣ, ਸ਼ਸਤਰਧਾਰੀ ਹੋਣ। ਸੋ ਇਸ ਕਿਸਮ ਦੀਆਂ ਗੱਲਾਂ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਤੁਰਦੀ ਹੈਗੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਰਾ ਕੁਝ ਕਰਨ ਜਾ ਰਹੀ ਹੈਗੀ ਆ। ਸੁਖਬੀਰ ਬਾਦਲ ਹੋਰੀ ਵੀ ਯਤਨ ਕਰ ਰਹੇ ਵੀ ਕਿੱਦਾਂ ਸਾਡੇ ਪੰਜਾਬ ਦੇ ਵਿੱਚ ਤੇ ਖਾਲਸਾ ਪੰਥ ਦੇ ਵਿੱਚ ਪੈਰ ਲੱਗ ਜਾਣ, ਉਹ ਯਤਨ ਕਰ ਰਹੇ ਆ। ਸੋ ਖਾਲਸਾ ਪੰਥ ਫਿਰ ਉਹਨਾਂ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੋਂ ਪ੍ਰਭਾਵਿਤ ਵੀ ਹੋ ਰਿਹਾ ਹੈਗਾ। ਹਾਂ ਬਈ ਇਹ ਵਧੀਆ ਗੱਲਾਂ ਕਰ ਰਹੇ ਨੇ। ਸੋ ਇਦਾਂ ਦੇ ਹਾਲਾਤਾਂ ਵਿੱਚ ਮੈਨੂੰ ਲੱਗਦਾ ਕਿ ਐਤਕੀ 6 ਜੂਨ ਨੂੰ ਵੀ ਕੋਈ ਵਧੀਆ, ਜੋ ਮੈਨੂੰ ਲੱਗਦਾ ਹੈਗਾ ਉਹਨਾਂ ਦੀ ਚਾਲ ਢਾਲ ਤੋਂ, ਮੈਨੂੰ ਲੱਗਦਾ ਉਹਨਾਂ ਦੀ ਗੁਫ਼ਤਾਰ ਤੋਂ, ਲੱਗਦਾ ਉਹਨਾਂ ਦੀ ਰਫ਼ਤਾਰ ਤੋਂ, ਜੋ ਜਿਸ ਤਰੀਕੇ ਨਾਲ ਚੱਲ ਰਹੇ ਨੇ, ਮੈਨੂੰ ਲੱਗਦਾ ਕਿ 6 ਤਰੀਕ ਨੂੰ ਕੁਝ ਵਧੀਆ ਕਰਨਗੇ ਉਹ। ਸੋ ਇਦਾਂ ਦੇ ਹਾਲਾਤਾਂ 'ਚ ਤੁਹਾਡੀ ਕੀ ਸਥਿਤੀ ਹੈਗੀ ਹੈ? ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ 7 ਲੱਖ ਦੇ ਕੱਟ ਨੇ ਚੁਣਿਆ ਸੀਗਾ, ਤੁਹਾਡੀ ਕੀ ਸਥਿਤੀ ਹੈ? ਤੁਸੀਂ ਕਦੀ ਅਸਮਾਨ ਦੇ ਵਿੱਚ ਗੁਬਾਰਾ ਉੱਡਦਾ ਵੇਖਿਆ? ਕਾਹਦੇ ਨਾਲ ਉੱਡਦਾ ਹੈ? ਉਹ 'ਚ ਗੈਸ ਭਰੀ ਹੁੰਦੀ ਹੈ। ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਇੱਕ ਗੁਬਾਰਾ ਹੈ। ਉਹ ਗੁਬਾਰੇ ਦੇ ਵਿੱਚ ਬਾਦਲਾਂ ਦੀ ਗੈਸ ਭਰੀ ਹੋਈ ਹੈ, ਜਿਹਦੇ ਕਰਕੇ ਉਡਾਰੀ ਮਾਰਦਾ ਹੈ। ਉਹ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਬਈ ਮੈਂ ਸ਼ਾਇਦ ਅਕਾਲੀ ਫੂਲਾ ਸਿੰਘ ਬਣ ਜਾਊਂਗਾ। ਇਹ ਆਰਟੀਫਿਸ਼ਲ ਗੱਲਾਂ ਨੇ। ਇਹ ਪਾਣੀ ਦਾ ਬੁਲਬੁਲਾ ਹੈ ਜਿਹਦਾ ਕੀ ਕੋਈ ਲਾਈਫ ਨਹੀਂ ਹੈਗੀ। ਇਹ ਆਰਟੀਫਿਸ਼ਲ ਗਰੋਥ ਹੈ, ਠੀਕ ਹੈ। ਜਿਹੜਾ ਅੰਦਰ ਬੈਠਾ ਹੈ ਨਾ, ਜਿਹੜਾ ਅੰਦਰ ਬੈਠਾ 27 ਸਾਲਾਂ ਤੋਂ, ਮੇਰਾ ਮਤਲਬ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ, ਉਹ ਨੌਜਵਾਨਾਂ ਦੀ ਦਿਲਾਂ ਦੀ ਧੜਕਨ ਹੈ। ਇੱਕ ਗੱਲ, ਉਹ ਨਾ ਵਿਕਣ ਵਾਲਾ ਹੈ, ਨਾ ਥੱਕਣ ਵਾਲਾ ਹੈ, ਨਾ ਟੁੱਟਣ ਵਾਲਾ ਹੈ, ਨਾ ਚੁੱਕਣ ਵਾਲਾ ਹੈ। ਉਹ ਹੈ। ਪਹਿਲੀ ਗੱਲ ਤਾਂ ਕਲੀਅਰ ਕਰ ਲਓ ਕਿ ਇਹ ਗੈਸ ਦਾ ਗੁਬਾਰਾ ਹੈ। ਉਹ ਗੈਸ ਭਰੀ ਉਹ 'ਚ ਬਾਦਲਾਂ ਦੀ ਸੋਚ ਦੀ ਕਿ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਤੇ ਤੁਸੀਂ ਜਥੇਦਾਰ ਹੋ, ਕਾਰਜਕਾਰੀ, ਤੁਹਾਨੂੰ 4 ਸਾਲ ਤੋਂ ਬਣਾਇਆ ਹੋਇਆ ਹੈ ਤੇ ਅਸੀਂ ਤਾਂ ਡੁੱਬਦੇ ਪਏ ਹਾਂ। 4 ਸਾਲ ਤੋਂ ਤੁਸੀਂ ਸਾਨੂੰ ਡੋਬਤਾ, ਠੀਕ ਹੈ। ਤੁਸੀਂ ਕੌਮ ਨੂੰ ਸਾਡੇ ਮਗਰ ਨਹੀਂ ਲਾ ਪਾਏ। 4 ਸਾਲ ਹੋ ਗਏ ਨੂੰ ਕਾਰਜਕਾਰੀ, ਠੀਕ ਹੈ। ਤੇ ਹੁਣ ਉਹਨਾਂ ਨੂੰ ਚੇਤੇ ਆ ਰਹੀਆਂ ਨੇ ਸਾਰੀਆਂ ਗੱਲਾਂ
ਕਿ ਮੈਂ ਯਾਰ ਪੰਥਕ ਮੁੱਦੇ ਲੈ ਕਰਕੇ ਆਪਣੇ ਆਕਾ ਦੀ ਕੋਈ ਪੋਜੀਸ਼ਨ ਬਣਾਵਾਂ। ਠੀਕ ਹੈ, ਤੇ ਲੋਕਾਂ 'ਚ ਮੈਸੇਜ ਦਿਆਂ, ਯੂਥ ਵਿੱਚ ਮੈਸੇਜ ਦਿਆਂ ਕਿ ਲੈ ਬਈ ਹੁਣ ਮੈਂ ਸਿਧਾਂਤਿਕ ਬੰਦਾ ਹੋ ਗਿਆ। ਲੇਕਿਨ ਚੇਤੇ ਰੱਖਿਓ, ਜਥੇਦਾਰ ਜਗਤਾਰ ਸਿੰਘ ਹਵਾਰਾ ਗੁਰੂ ਦੀ ਆਈਡੀਓਲੋਜੀ ਲੈ ਕੇ ਤੁਰਦਾ ਹੈ। ਗੁਰੂ ਨਾਨਕ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਈਡੀਓਲੋਜੀ ਲੈ ਕੇ ਤੁਰਦਾ ਹੈ। ਇਹ ਬਾਦਲਾਂ ਦੀ ਆਈਡੀਓਲੋਜੀ ਲੈ ਕੇ ਕਿ ਉਹਨਾਂ ਨੂੰ ਪ੍ਰਮੋਟ ਕਰਨ ਲਈ ਤੁਰਦੇ ਨੇ। ਦਿਸ ਇਜ਼ ਦਾ ਬੇਸਿਕ ਡਿਫਰੈਂਸ, ਜੋ ਕਿ ਤੁਹਾਨੂੰ ਕਲੀਅਰ ਹੋਣਾ ਚਾਹੀਦਾ, ਜੋ ਕਿ ਸਾਨੂੰ ਕਲੀਅਰ ਹੋਣਾ ਚਾਹੀਦਾ, ਗੁੰਮਰਾਹ ਨਹੀਂ ਹੋਣਾ ਚਾਹੀਦਾ। ਜਥੇਦਾਰ ਜਗਤਾਰ ਸਿੰਘ ਹਵਾਰਾ ਗੁਰੂ ਦੀ ਆਈਡੀਓਲੋਜੀ ਲੈ ਕੇ, ਗੁਰੂ ਦਾ ਸਿਧਾਂਤ ਲੈ ਕੇ, ਗੁਰੂ ਦੀ ਫਿਲਾਸਫੀ ਲੈ ਕਰਕੇ ਉਸ ਚੀਜ਼ ਨੂੰ ਪ੍ਰਮੋਟ ਕਰਕੇ ਸਿੱਖ ਸੰਗਤ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਕਰੈਕਟ। ਜਦ ਕਿ ਇਹ ਆਰਟੀਫਿਸ਼ੀਅਲ ਜਿਹੜੇ ਜਥੇਦਾਰ ਨੇ, ਇਹਨਾਂ ਨੂੰ ਕਾਗਜ਼ੀ ਜਥੇਦਾਰ ਕਹਿ ਲਓ ਜਾਂ ਗੈਸ ਦੇ ਗੁਬਾਰੇ ਕਹਿ ਲਓ, ਠੀਕ ਹੈ, ਇਹ ਜਿਹੜੇ ਜਥੇਦਾਰ ਨੇ ਨਾ, ਇਹ ਇੱਕ ਪਰਿਵਾਰ ਦੀ ਆਈਡੀਓਲੋਜੀ ਲੈ ਕੇ ਚੱਲ ਰਹੇ ਨੇ ਕਿ ਯਾਰ ਮਰ ਗਏ ਆ ਬੰਦੇ, ਮੈਂ ਇਹਨਾਂ ਨੂੰ ਕਿੱਦਾਂ ਚੁੱਕਾਂ, ਕਿੱਦਾਂ ਇਹਨਾਂ ਨੂੰ ਜਿਉਂਦੇ ਕਿੱਦਾਂ ਕਰਾਂ, ਆਕਸੀਜਨ ਕਿੱਦਾਂ ਦਿਆਂ। ਤੇ ਆਕਸੀਜਨ ਦੇਣ ਵਾਸਤੇ ਉਹ ਪਿੰਡਾਂ ਵਿੱਚ ਜਾ ਕਰਕੇ ਤਾਂ ਕੰਮ ਕਰ ਨਹੀਂ ਸਕਦਾ। ਇਹ ਦੇਖੋ ਜਾ ਕਰਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਤੇ ਬਾਕੀ ਜ਼ਿਲ੍ਹਿਆਂ ਦਾ ਕੀ ਹਾਲ ਹੈ। 90% ਸਿੱਖ ਜਿਹੜੇ ਪਿੰਡਾਂ ਦੇ ਵਿੱਚੋਂ ਕ੍ਰਿਸਚਨ ਬਣ ਗਿਆ। ਜੀ ਮਿਸਾਲ ਦੇਣ ਲੱਗਾ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਗਿਆ ਕਿਸੇ ਪ੍ਰੋਫੈਸਰ ਨੂੰ ਮਿਲਣ ਲਈ। ਇਹ ਹਕੀਕਤ ਸੁਣਾਉਣ ਲੱਗਾ। ਯੂਨੀਵਰਸਿਟੀ ਪ੍ਰੋਫੈਸਰ ਨੂੰ ਮਿਲਣ ਗਿਆ, ਮੈਂ ਉਹਨੂੰ ਫੋਨ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਹੈ। ਕਹਿੰਦੇ ਜੀ ਆ ਜਾਓ। ਜਦ ਮੈਂ ਉਹਨਾਂ ਕੋਲ ਪਹੁੰਚਿਆ ਤੇ ਕਹਿੰਦੇ ਮੇਰੀ ਮੀਟਿੰਗ ਆ ਗਈ ਹੈ ਤੇ ਅੱਧਾ ਘੰਟਾ ਤੁਹਾਨੂੰ ਵੇਟ ਕਰਨੀ ਪੈਣੀ ਹੈ। ਮੈਂ ਕਿਹਾ ਕੋਈ ਗੱਲ ਨਹੀਂ। ਤੇ ਮੈਂ ਇਹ ਸੋਚਿਆ ਕਿ ਐਜ਼ ਏ ਪ੍ਰੋਫੈਸਰ, ਮੈਂ ਕਿਹਾ ਚਲੋ ਲਾਇਬ੍ਰੇਰੀ ਚੱਲਦੇ ਹਾਂ। ਮੈਂ ਲਾਇਬ੍ਰੇਰੀ ਵਾਪਸ ਤੁਰ ਪਿਆ। ਤੁਹਾਡੇ ਵਰਗੇ ਸੋਹਣੇ ਸਿੱਖ ਨੌਜਵਾਨ ਮੁੰਡੇ, ਦਾੜੇ ਪ੍ਰਕਾਸ਼ ਕੀਤੇ, ਵਧੀਆ ਦਸਤਾਰਾਂ ਸਜਾਈਆਂ ਹੋਈਆਂ, ਤੇ ਮੈਂ ਕਿਉਂਕਿ ਟੀਚਰ ਹਾਂ ਤੇ ਮੈਂ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰਤੀ। ਮੈਂ ਕਿਹਾ ਬੇਟਾ ਕਿੱਥੋਂ, ਕਿਵੇਂ, ਕਿਹੜੀ ਕਲਾਸ ਪੜ੍ਹਦੇ ਹੋ, ਕੀ ਨਾਮ ਨੇ ਤੁਹਾਡੇ। ਮੈਂ ਉਹਨਾਂ ਨਾਲ ਗੱਲਾਂ ਬਾਤਾਂ ਸ਼ੁਰੂ ਕਰਤੀਆਂ। ਬੱਚਿਆਂ ਨਾਲ, ਨੌਜਵਾਨਾਂ ਨਾਲ ਗੱਲ ਕਰਨ ਦਾ ਮੇਰਾ ਸੁਭਾਅ ਹੈ। ਮੈਂ ਟੀਚਰ। ਅੱਛਾ, ਮੈਂ ਉਹਨਾਂ ਨਾਲ 10-15 ਮਿੰਟ ਗੱਲਬਾਤ ਕੀਤੀ। ਮੈਂ ਕਿਹਾ ਬੇਟਾ ਕਦੀ ਪੰਥ ਬਾਰੇ ਸੋਚਦੇ ਹੋ, ਪੰਥ ਦੀ ਤਕਦੀਰ ਬਾਰੇ, ਪੰਥ ਦੇ ਭਵਿੱਖ ਬਾਰੇ ਸੋਚਦੇ ਹੋ। ਕਹਿੰਦੇ ਕੀ ਸੋਚੀਏ, ਕੋਈ ਲੀਡਰ ਨਹੀਂ ਹੈਗਾ, ਅਸੀਂ ਤਾਂ ਬੜੇ ਨਿਰਾਸ਼ ਹਾਂ, ਸਾਨੂੰ ਤਾਂ ਕੋਈ ਲੀਡਰ ਨਜ਼ਰ ਨਹੀਂ ਆਉਂਦਾ। ਮੈਂ ਕਿਹਾ ਕਿਉਂ, ਕਿੱਡੇ ਵੱਡੇ ਵੱਡੇ ਲੀਡਰ ਨੇ। ਮੈਂ ਕਿਹਾ ਇਹ ਯੂਥ ਅਕਾਲੀ ਦਲ ਬਣਿਆ ਪਿਆ ਹੈ, ਵਿਕਰਮ ਹੈਗਾ ਹੈ, ਤੇ ਹੋਰ ਕਿੰਨੇ ਲੀਡਰ ਨੇ। ਮੈਂ ਕਿਹਾ ਹੋਰ ਕਿੰਨੇ ਲੀਡਰ ਨੇ। ਮੈਂ ਕਿਹਾ, ਕਹਿੰਦੇ ਨਹੀਂ ਜੀ ਨਹੀਂ। ਮੈਂ ਕਿਹਾ ਫਿਰ ਜੇ ਇਹ ਨਹੀਂ ਤਾਂ ਕੋਈ ਜੇਲ੍ਹ ਦੇ ਵਿੱਚ ਕੋਈ ਲੀਡਰ ਤੁਹਾਡੇ ਦਿਮਾਗ 'ਚ ਆਉਂਦਾ। ਮੈਂ ਆਪਣੀ ਉਹਨਾਂ ਨੂੰ ਇੰਟਰੋਡਕਸ਼ਨ ਨਹੀਂ ਦਿੱਤੀ। ਮੈਂ ਕਿਹਾ ਕੋਈ ਹੋਰ ਕੋਈ ਨਜ਼ਰ ਆਉਂਦਾ ਜੇਲ੍ਹ। ਕਹਿੰਦੇ ਜੇਲ੍ਹ 'ਚ ਇੱਕ ਨਜ਼ਰ ਆਉਂਦਾ ਹੈ, ਕਹਿੰਦਾ ਹਵਾਰਾ ਹੈਗਾ। ਮੈਂ ਕਿਹਾ ਕਿਹੜਾ ਹਵਾਰਾ। ਮੈਂ ਇਨੋਸੈਂਟ ਬਣ ਗਿਆ। ਕਹਿੰਦੇ ਜਗਤਾਰ ਸਿੰਘ ਹਵਾਰਾ। ਤੇ ਮੈਂ ਕਿਹਾ ਉਹਦੇ ਵੀ ਕਿਹੜੀ ਖਾਸ ਗੱਲ ਹੈ ਬਈ। ਪਤਾ ਕੀ ਜਵਾਬ ਦਿੱਤਾ, ਮੈਂ ਤੁਹਾਨੂੰ ਮਾਨਸਿਕਤਾ ਦੀ ਗੱਲ ਦੱਸ ਰਿਹਾ, ਮਾਨਸਿਕਤਾ ਦੀ ਗੱਲ ਦੱਸ ਰਿਹਾ। ਉਹ ਕਹਿੰਦੇ ਜੀ ਕਿ ਉਹ ਬੰਦਾ ਜਿਸ ਵੇਲੇ ਬੇੜੀਆਂ ਪਾਈਆਂ ਹੁੰਦੀਆਂ ਨੇ, ਹੱਥ ਕੜੀਆਂ ਲੱਗੀਆਂ ਹੁੰਦੀਆਂ ਨੇ, ਐਦਾਂ ਲੱਗਦਾ ਕਿ ਕੋਈ ਬਾਦਸ਼ਾਹ ਤੁਰਿਆ ਜਾਂਦਾ ਹੈ। ਤੇ ਨਾਲ ਨਾਲ ਜਿਹੜੇ ਸਿਪਾਹੀ ਨੇ ਨਾ, ਪੁਲਿਸ ਵਾਲੇ, ਉਹ ਲੱਗਦਾ ਇਹਦੇ ਨੌਕਰ ਨੇ। ਕਹਿੰਦੇ ਉਹਦਾ ਜਿਹੜਾ ਬਾਦਸ਼ਾਹੀ ਅੰਦਾਜ਼ ਹੈ ਨਾ, ਉੱਥੋਂ ਸਾਨੂੰ ਲੱਗਦਾ ਕਿ ਕੌਮ ਦਾ ਇੱਕ ਲੀਡਰ ਬੈਠਾ ਹੈ ਜਿਹੜਾ ਕੌਮ ਨੂੰ ਕੁਝ ਲੈ ਕੇ ਦੇ ਸਕਦਾ ਹੈ। ਇਹ ਤੁਹਾਡੀ ਮੇਰੀ ਗੱਲ ਨਹੀਂ ਹੈ, ਇਹ ਮੈਂ ਇੱਕ ਵਿਦਿਅਕ ਅਦਾਰੇ ਦੇ ਵਿੱਚੋਂ ਇੱਕ ਸੈਂਪਲ ਕੱਢ ਕੇ 4-5 ਮੁੰਡਿਆਂ ਨਾਲ ਗੱਲ ਕਰਕੇ ਮੈਂ ਇਹ ਗੱਲ ਕੀਤੀ ਹੈ। ਸਵਾਲ ਇਹ ਹੈ ਕਿ ਇੱਕ ਵਰਡ ਹੁੰਦਾ ਫੈਨ, ਇੱਕ ਹੁੰਦਾ ਫੋਲੋਵਰ। ਫੈਨ ਜਿਹੜੇ ਨੇ ਨਾ, ਉਹ ਫੇਸਬੁੱਕ ਤੇ ਕਹਿੰਦੇ ਲਾਈਕ ਡਿਸਲਾਈਕ, ਲਾਈਕ ਡਿਸਲਾਈਕ, ਠੀਕ ਹੈ। ਇੱਕ ਹੁੰਦਾ ਫੋਲੋਵਰ, ਫੋਲੋਵਰ ਮਗਰ ਤੁਰਨ ਵਾਲਾ ਹੁੰਦਾ ਹੈ। ਅਗਲਾ ਵਰਡ ਹੁੰਦਾ ਐਕਟਿਵਿਸਟ। ਇਹ ਸਟੇਜ ਵਾਈਜ਼ ਹੈ। ਜਿਹੜਾ ਫੈਨ ਹੈ ਉਹ ਐਕਟਿਵਿਸਟ ਨਹੀਂ ਹੁੰਦਾ, ਠੀਕ ਹੈ। ਹਰ ਫੈਨ ਐਕਟਿਵਿਸਟ ਨਹੀਂ ਹੋਏਗਾ, ਲੇਕਿਨ ਹਰ ਐਕਟਿਵਿਸਟ ਫੈਨ ਜ਼ਰੂਰ ਹੋਏਗਾ। ਗੱਲ ਸਮਝ ਆ ਰਹੀ ਹੈ ਨਾ, ਠੀਕ ਹੈ ਨਾ। ਜਥੇਦਾਰ ਜਗਤਾਰ ਸਿੰਘ ਹਵਾਰਾ, ਇੱਕ ਗੱਲ ਚੇਤੇ ਰੱਖਿਓ, ਅਸੀਂ ਉਹਨਾਂ ਦੀ ਨੁਮਾਇੰਦਗੀ ਕਰ ਰਹੇ ਹਾਂ, ਚੇਤੇ ਰੱਖਿਓ ਗੱਲ ਨੂੰ। ਬਰਗਾੜੀ ਜਿਹੜਾ ਮੋਰਚਾ ਲੱਗਿਆ, ਉਸ ਮੋਰਚੇ ਨੇ ਕੌਮ ਦੇ ਵਿਸ਼ਵਾਸ ਨੂੰ ਬਹੁਤ ਵੱਡੀ ਢਾਹ ਲਾਈ ਹੈ। ਵਿਸ਼ਵਾਸਘਾਤ ਹੋਇਆ ਹੈ। ਔਰ ਉਸ ਵਿਸ਼ਵਾਸਘਾਤ ਦੇ ਬਾਅਦ ਯਾਦ ਰੱਖਿਓ, ਜਿੰਨੇ ਸਰਬੱਤ ਖਾਲਸਾ ਦੇ ਜਥੇਦਾਰ ਸੀ ਨਾ, ਸਾਰੇ ਘਰੋਂ ਘਰੀ ਬਹਿ ਗਏ ਨੇ। ਕੇਵਲ ਤੇ ਕੇਵਲ ਇੱਕ ਸੂਰਮਾ, ਇੱਕ ਜਰਨੈਲ ਅੱਜ ਤਿਹਾੜ ਜੇਲ੍ਹ ਦੇ ਵਿੱਚ ਬੈਠਾ ਹੈ। ਔਰ ਉਸ ਦੇ ਫੈਨ ਫੋਲੋਇੰਗ ਬਹੁਤ ਜ਼ਬਰਦਸਤ ਹੈ।
6 ਤਰੀਕ ਨੂੰ ਆਪਣਾ ਕੋਈ ਹੈ ਪ੍ਰੋਗਰਾਮ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਅਗਵਾਈ 'ਚ? ਅੱਜ ਆਰੰਭਤਾ ਕਰਤੀ ਜੀ। ਅਸੀਂ 5 ਤਰੀਕ ਨੂੰ ਜਨਰਲ ਸ਼ਬੇਕ ਸਿੰਘ ਜੀ ਦੇ ਪਿੰਡ ਖਿਆਲੇ ਵਿਖੇ ਉਹਨਾਂ ਦਾ ਸ਼ਹੀਦੀ ਸਮਾਗਮ ਮਨਾ ਰਹੇ ਹਾਂ। ਠੀਕ ਹੈ ਜੀ। ਤੇ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਵਾਸਤੇ 4 ਜੂਨ ਨੂੰ ਸਾਡੇ ਗੁਰਬਾਣੀ ਮੁਕਾਬਲੇ ਨੇ। 5 ਤਰੀਕ ਨੂੰ ਗੁਰਮਤਿ ਸਮਾਗਮ ਹੈ। ਇਹ ਵੇਰਕੇ ਵਿਖੇ ਕੀਤਾ ਜਾ ਰਿਹਾ। ਅਸੀਂ ਨਾਲ ਦੇ ਨਾਲ ਨੌਜਵਾਨ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਵਾਸਤੇ, ਤੁਹਾਨੂੰ ਸ਼ਾਇਦ ਚੇਤੇ ਹੋਏਗਾ, ਮੈਂ ਤੁਹਾਨੂੰ ਪੋਸਟਾਂ ਭੇਜਦਾ ਰਿਹਾ ਕਿ ਅਸੀਂ ਪਿਛਲੇ ਸਾਲ ਅਸੀਂ ਗੁਰਮਤਿ ਟ੍ਰੇਨਿੰਗ ਕੈਂਪ 6 ਦਿਨਾਂ ਦਾ ਲਾਇਆ ਸੀਗਾ ਔਰ ਉਸ ਦੇ ਵਿੱਚ ਸਾਨੂੰ ਬਹੁਤ ਅੱਛੇ ਬੱਚੇ ਮਿਲੇ। ਹੁਣ ਅਗਲੇ ਮਹੀਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਨ ਆ ਰਿਹਾ ਹੈ। ਅਸੀਂ ਉਸ ਵੇਲੇ ਫਿਰ ਗੁਰਮਤਿ ਟ੍ਰੇਨਿੰਗ ਕੈਂਪ ਬੱਚਿਆਂ ਦਾ ਪਿੰਡਾਂ ਵਿੱਚ ਲਾ ਰਹੇ ਹਾਂ। ਗੁਰਮਤਿ ਜਿਹੜੀ ਹੈ ਉਹਦੇ ਨਾਲ ਬੱਚਿਆਂ ਨੂੰ ਜੋੜਨਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਅੱਜ ਕੱਲ੍ਹ ਮੈਜੋਰਿਟੀ ਆਫ ਦਾ ਯੂਥ ਨਿਤਨੇਮ ਤੋਂ ਟੁੱਟਿਆ ਹੋਇਆ ਹੈ। ਉਹਨਾਂ ਨੂੰ ਪੁੱਛ ਲਓ ਨਾ ਨਿਤਨੇਮ ਬਾਰੇ, ਕੋਰੇ ਨੇ। ਉਹਨਾਂ ਨੂੰ ਪੁੱਛੋ ਸੋਦਰ ਦਾ ਪਾਠ ਕੀਤਾ, ਕੋਰੇ ਨੇ। ਕੀਰਤਨ ਸੋਹਲਾ ਦਾ ਪਾਠ ਕੀਤਾ, ਕੋਰੇ ਨੇ। ਸਾਡੀ ਨੌਜਵਾਨੀ ਨੂੰ ਜਦ ਤੱਕ ਤੁਸੀਂ ਗੁਰਬਾਣੀ ਨਾਲ ਨਹੀਂ ਜੋੜੋਗੇ, ਚੇਤੇ ਰੱਖਿਓ, ਵੱਡੇ ਸਲੋਗਨ ਜਾਂ ਵੱਡੇ ਨਾਅਰੇ ਲਗਾਉਣ ਨਾਲ ਗੱਲ ਨਹੀਂ ਬਣਨੀ। ਜਿਹੜੀ ਮੁੱਢਲੀ ਚੀਜ਼ ਹੈ ਨਾ, ਉਹ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕਰਕੇ ਸਾਨੂੰ ਜੋ ਗੁਰਮਤਿ ਦੀ ਗੁੜਤੀ ਦਿੱਤੀ ਸੀ ਨਾ, ਤੇ ਗੁਰੂ ਸਾਹਿਬ ਨੇ ਸਾਰੇ ਗੁਰੂ ਸਾਹਿਬ ਨੇ ਪ੍ਰਚਾਰ ਕੀਤੇ ਸੀ। ਉਹ ਗੁਰਮਤਿ ਦੇ ਪ੍ਰਚਾਰ ਕੀਤੇ ਸੀਗੇ। ਗੁਰਮਤਿ ਦੇ ਪ੍ਰਚਾਰ, ਉਹ ਗੁਰਮਤਿ ਦੇ ਪ੍ਰਚਾਰ ਦੇ ਨਾਲ ਸਿੱਖੀ ਆਚਰਣ ਬਣਨਾ ਹੈ, ਸਿੱਖ ਦਾ ਜੀਵਨ ਬਣਨਾ ਹੈ, ਸਿੱਖ ਦੇ ਜੀਵਨ ਦੇ ਵਿੱਚ ਜੁਗਤ ਆਣੀ ਹੈ ਗੁਰਬਾਣੀ ਦੀ। ਜਦ ਤੱਕ ਤੁਸੀਂ ਬੱਚਿਆਂ ਦੇ ਗੁਰਮਤਿ ਟ੍ਰੇਨਿੰਗ ਕੈਂਪਾਂ ਦੇ ਰਾਹੀਂ ਬੱਚਿਆਂ ਦੇ ਵਿੱਚ ਗੁਰਮਤਿ ਦੀ ਦ੍ਰਿੜਤਾ ਪੈਦਾ ਨਹੀਂ ਕਰੋਗੇ, ਇੱਕ ਗੱਲ ਚੇਤੇ ਰੱਖਿਓ, ਜੇ ਗੁਰੂ ਦੀ ਮੱਤ ਹੀ ਨਹੀਂ ਲਿੱਤੀ ਤੇ ਫਿਰ ਜਾ ਕੇ ਤੁਸੀਂ ਕਿਹੜਾ ਖਾਲਿਸਤਾਨ ਬਣਾ ਲਓਗੇ ਤੇ ਕਿਹੜੀ ਤੁਸੀਂ ਰਾਜਨੀਤੀ ਕਰ ਲਓਗੇ। ਇਹ ਅੱਜ ਰਾਜਨੀਤੀ ਦਾ ਹਾਲਤ ਇਸੇ ਕਰਕੇ ਖਰਾਬ ਹੈ। ਚੇਤੇ ਰੱਖਿਓ, ਵਿਸ਼ਲੇਸ਼ਣ ਕਰ ਲਿਓ। ਅੱਜ ਮਰੇ ਕਾਂ ਕਰਕੇ ਆ ਕਿਉਂਕਿ ਧਰਮ ਦਾ ਕੁੰਡਾ ਖਤਮ ਹੋ ਗਿਆ, ਸਿਆਸਤ ਧਰਮ ਤੇ ਪਾਰੂ ਹੋ ਗਈ। ਅਸੀਂ ਚਾਹੁੰਦੇ ਨਹੀਂ, ਸਾਡੇ ਜੀਵਨ ਦੇ ਵਿੱਚ ਧਰਮ ਦੀ ਜੁਗਤ ਜ਼ਿਆਦਾ ਉਹਦਾ ਕੁੰਡਾ ਹੋਣਾ ਚਾਹੀਦਾ ਹੈ। ਜਦ ਧਰਮ ਦਾ ਕੁੰਡਾ ਜ਼ਿਆਦਾ ਹੋਏਗਾ ਨਾ, ਗੁਰਬਾਣੀ ਦਾ ਸਾਡੇ ਤੇ ਜੀਵਨ ਜੁਗਤ ਹੋਏਗੀ। ਚੇਤੇ ਰੱਖਿਓ ਗੱਲ ਨੂੰ, ਉਹ ਨੌਜਵਾਨ ਦੀ ਜਿਹੜੀ ਘਾੜਤ ਘੜੀ ਜਾਏਗੀ, ਉਹ ਨੌਜਵਾਨ ਬੱਚੀ ਦੀ ਜਿਹੜੀ ਘਾੜਤ ਘੜੀ ਜਾਏਗੀ। ਅਗਰ 10 ਸਾਲ ਦੀ ਬੱਚੀ ਵਿੱਚ ਤੁਸੀਂ ਗੁਰਮਤਿ ਦੀ ਸਿੱਖਿਆ ਦੇਣੀ ਸ਼ੁਰੂ ਕਰਤੀ, ਉਹ ਬੱਚੀ ਜਿਸ ਵੇਲੇ ਜੋਬਨ ਤੇ ਆਏਗੀ, ਜਵਾਨੀ ਤੇ ਆਏਗੀ, ਯਾਦ ਰੱਖਿਓ ਉਹ ਪੇਕਾ ਵੀ ਸੰਭਾਲੇਗੀ, ਉਹ ਆਪਣਾ ਸਹੁਰਾ ਘਰ ਵੀ ਸੰਭਾਲੇਗੀ। ਪ੍ਰੋਫੈਸਰ ਸਾਹਿਬ, ਕੁਝ 6 ਜੂਨ ਦੇ ਸੰਬੰਧ ਵਿੱਚ ਆਮ ਜਿਹੜੇ ਸਿੱਖ ਨੌਜਵਾਨ ਹੈਗੇ ਨੇ, ਜਦੋਂ ਤੁਸੀਂ ਆਖਿਆ ਕਿ ਹਕੂਮਤ ਇੱਕ ਖੌਫ ਪੈਦਾ ਕਰਨ ਦਾ ਯਤਨ ਕਰ ਰਹੀ ਹੈ, ਜੇ ਕਿਸੇ ਨੌਜਵਾਨ ਨੂੰ ਇਹ ਲੱਗਦਾ ਹੋਵੇ ਕਿ ਯਾਰ ਭਈ ਮਾਹੌਲ ਜਿਹੜਾ ਹੈਗਾ ਖਰਾਬ ਜਿਹਾ, ਵੀ ਡਰ, ਇੱਦਾਂ ਦੇ ਨੌਜਵਾਨ, ਜਿਹੜਾ ਘਰ ਬੈਠਾ ਨੌਜਵਾਨ ਡਰਿਆ ਹੋਇਆ ਕੋਈ, ਉਹਨੂੰ ਕੁਝ ਕਹਿਣਾ ਚਾਹੁੰਦੇ ਹੋ? ਸ਼ਾਇਦ ਤੁਸੀਂ ਬਹੁਤ ਕੁਝ ਹੰਢਾਇਆ, ਆਪਣੇ ਬਹੁਤ ਤਜਰਬਾ ਹੁੰਦਾ ਕਈ ਵਾਰ। ਜਥੇਦਾਰ ਸਾਹਿਬ ਦਾ ਜਿਹੜਾ ਨੌਜਵਾਨਾਂ ਦੇ ਪ੍ਰਤੀ ਸੰਦੇਸ਼ ਹੈ ਨਾ, ਮੇਰੇ ਖਿਆਲ ਨਾਲ ਉਹ ਸੰਦੇਸ਼ ਤੁਸੀਂ ਆਪਣੇ ਚੈਨਲ ਤੋਂ ਸਾਰਾ ਕੁਝ ਦੱਸ ਦਿਓ। ਉਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ। ਜਥੇਦਾਰ ਸਾਹਿਬ ਦਾ ਨੌਜਵਾਨਾਂ ਨੂੰ ਸੰਦੇਸ਼ ਹੈਗਾ, ਸਾਰਿਆਂ ਨੂੰ ਸੰਦੇਸ਼ ਹੈਗਾ। ਮੇਰੇ ਖਿਆਲ ਨਾਲ ਉਹ ਤੁਹਾਡੇ ਸਵਾਲ ਦਾ ਆਪਣੇ ਆਪ ਜਵਾਬ ਆ ਜਾਂਦਾ। ਜੀ ਜ਼ਰੂਰ। ਜਥੇਦਾਰ ਹਵਾਰਾ ਜੀ ਦਾ ਜੋ ਸੁਨੇਹਾ ਹੈਗਾ, ਇਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੇ ਸੁਨੇਹੇ ਅਕਸਰ ਇਦਾਂ ਦੇ ਹੁੰਦੇ ਨੇ ਕਿ ਜਿਹੜੇ ਕੌਮ ਦੀ ਸਾਡੀ ਨਵੀਂ ਪੀੜ੍ਹੀ ਹੈਗੀ ਆ, ਨੌਜਵਾਨ, ਉਹ ਬਾਣੀ ਦੇ ਨਾਲ ਜੁੜਨ, ਬਾਣੇ ਦੇ ਧਾਰਨੀ ਹੋਣ, ਆਪਣੇ ਸਿੱਖ ਇਤਿਹਾਸ, ਸਿੱਖ ਰੋਹ ਰੀਤਾਂ ਤੋਂ ਪ੍ਰੇਰਨਾ ਲੈ ਕੇ ਗੁਰ ਦਰਸਾਏ ਮਾਰਗ ਦੇ ਉੱਪਰ ਚੱਲਣ ਦੇ ਯਤਨ ਕਰਨ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੋ ਇਹ ਮਾਹੌਲ ਬਣਿਆ ਹੋਇਆ, ਜਿਵੇਂ ਪ੍ਰੋਫੈਸਰ ਸਾਹਿਬ ਦਾ ਵੀ ਕਹਿਣਾ ਹੈਗਾ ਕਿ ਪਿਛਲੇ ਜਿਹੜੇ ਵਰੇ ਹੈਗੇ ਆ ਉਹਨਾਂ ਨਾਲੋਂ ਐਤਕੀ ਡਬਲ ਜਿਹੜਾ ਹੈਗਾ ਮਾਹੌਲ ਐਵੇਂ ਦਾ ਬਣਾਇਆ ਗਿਆ ਹੈਗਾ। ਡਬਲ ਪੁਲਿਸ ਜਿਹੜੀ ਹੈਗੀ ਆ ਉਹ ਤਾਇਨਾਤ ਕੀਤੀ ਗਈ ਹੈਗੀ ਆ। ਸੋ ਜਿਹੜੇ ਫੌਜ ਦੀ ਵਰਦੀ ਜਿੱਦਾਂ ਗੱਲ ਹੋ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱਪਰ, ਮੈਂ ਸਪੈਸ਼ਲ ਇਸੇ ਕਰਕੇ ਆਇਆ ਸੀਗਾ ਕਿ ਅੰਮ੍ਰਿਤਸਰ ਸ਼ਹਿਰ ਦੇ ਹਾਲਾਤ ਵਿਖਾ ਸਕਾਂ ਕਿ ਕਿੰਨੀ ਕੁ ਫੌਜ ਲੱਗੀ ਹੋਈ ਹੈ, ਕਿੰਨੀ ਕੁ ਪੁਲਿਸ ਲੱਗੀ ਹੋਈ ਹੈ। ਸੋ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਰਾਏ ਦਿਓ ਕਿ ਤੁਹਾਨੂੰ ਕੀ ਲੱਗਦਾ ਹੈਗਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਐਤਕੀ ਭਗਵੰਤ ਮਾਨ ਦੀ ਸਰਕਾਰ ਹੈ, ਤੁਹਾਨੂੰ ਕੀ ਲੱਗਦਾ ਹੈਗਾ ਕਿ ਐਤਕੀ ਇੰਨਾ ਜ਼ਿਆਦਾ ਉਹਨਾਂ ਨੇ ਸੁਰੱਖਿਆ ਦੇ ਪ੍ਰਬੰਧਾਂ ਦੇ ਜ਼ਿਆਦਾ ਇੰਤਜ਼ਾਮ ਕਿਉਂ ਕੀਤੇ ਹੋਏ ਨੇ? ਤੁਹਾਨੂੰ ਉਸ ਕਿਉਂ ਦਾ ਤੁਹਾਡੇ ਜ਼ਿਹਨ ਵਿੱਚ ਕੀ ਜਵਾਬ ਹੈਗਾ, ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਓ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।